ਸਤਿ ਸ੍ਰੀ ਅਕਾਲ। स्वागत है पीटीसी न्यूज़ ਵਿੱਚ ਸਾਰੇ ਦਰਸ਼ਕਾਂ ਦਾ ਤੇ ਮੈਂ ਹਰਪ੍ਰੀਤ ਸਿੰਘ ਖਾਸ ਮੁਲਾਕਾਤ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਦਿੱਲੀ ਦੀ ਸਿੱਖ ਸਿਆਸਤ ਦੇ ਕਦਾਵਰ ਲੀਡਰ ਅੱਜ ਸਾਡੇ ਨਾਲ ਮੌਜੂਦ ਨੇ ਮਨਜੀਤ ਸਿੰਘ ਜੀਕੇ ਸਾਹਿਬ। ਹਾਲਾਂਕਿ ਮੈਂ ਵੀ ਭੰਬਲ ਭੂਸੇ 'ਚ ਮਨਜੀਤ ਸਿੰਘ ਜੀਕੇ ਨੂੰ ਕਹੀਏ ਕਿ ਉਹਨਾਂ ਤੋਂ ਹੀ ਪੁੱਛ ਲੈਂਦੇ ਹਾਂ। ਤੁਹਾਨੂੰ ਪਹਿਲਾਂ ਤਾਂ ਇਹ ਦੱਸੋ ਪ੍ਰਧਾਨ ਸਾਹਿਬ ਕਹਾਂ ਕਿ ਨਾ ਕਹਾਂ? ਇਹ ਜ਼ਰੂਰ ਕਹੋ ਜੋ ਜੀ ਕਰਦਾ। ਕਿਉਂਕਿ ਬੜੇ ਸਾਰੀਆਂ ਅਫਵਾਹਾਂ ਇਹ ਨਾ ਕਿ ਪ੍ਰਧਾਨ ਸਾਹਿਬ ਹੁਣ ਪ੍ਰਧਾਨ ਸਾਹਿਬ ਨਹੀਂ ਰਹੇ, ਮਨਜੀਤ ਸਿੰਘ ਜੀਕੇ ਦੇ ਨਾਮ ਦੇ ਨਾਲੋਂ ਪ੍ਰਧਾਨ ਸ਼ਬਦ ਹਟ ਗਿਆ। ਚਲੋ ਤੁਸੀਂ ਕਹਿੰਦੇ ਕਿ ਕਹੋ। ਸਾਡੇ ਨਾਲ ਮੌਜੂਦ ਨੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀਕੇ, ਜਿਨ੍ਹਾਂ ਬਾਰੇ ਖਬਰਾਂ ਬੜੀਆਂ ਆਈਆਂ ਸੀ ਕਿ ਉਹਨਾਂ ਨੇ ਪ੍ਰਧਾਨਗੀ ਦਾ ਅਹੁਦਾ ਤਿਆਗ ਦਿੱਤਾ ਹੈ, ਉਹਨਾਂ ਨੇ ਹੈਂਡਓਵਰ ਕਿਸੇ ਹੋਰ ਨੂੰ ਕਰ ਦਿੱਤਾ ਹੈ। ਅਗਿਆਤਵਾਸ ਦੇ ਵਿੱਚ ਚਲੇ ਗਏ ਨੇ ਮਨਜੀਤ ਸਿੰਘ ਜੀਕੇ, ਆਪਣੀ ਪਾਰਟੀ ਤੋਂ ਵੀ ਨਾਰਾਜ਼ ਨੇ ਕੁਝ ਮੁੱਦਿਆਂ ਨੂੰ ਲੈ ਕੇ, ਔਰ ਉਹ ਹੁਣ ਚਾਹੁੰਦੇ ਨੇ ਕਿ ਉਹ ਪ੍ਰਧਾਨ ਨਾ ਰਹਿਣ। ਪ੍ਰਧਾਨ ਸਾਹਿਬ, ਸਭ ਤੋਂ ਪਹਿਲਾਂ ਇਸ ਗੱਲ ਤੇ ਥੋੜਾ ਜਿਹਾ ਚਾਨਣਾ ਪਾਓ ਕਿ ਇਹ ਗੱਲ ਕਿੱਥੋਂ ਸ਼ੁਰੂ ਹੋਈ ਕਿ ਮਨਜੀਤ ਸਿੰਘ ਜੀਕੇ ਨੇ ਅਸਤੀਫਾ ਦੇ ਦਿੱਤਾ ਹੈ, ਮਨਜੀਤ ਸਿੰਘ ਜੀਕੇ ਹੁਣ ਦਿੱਲੀ ਕਮੇਟੀ ਦਾ ਪ੍ਰਧਾਨ ਨਹੀਂ ਹੈ। ਮੈਂ ਸਮਝਦਾ ਕਿ ਜਦੋਂ 2016 ਦੇ ਵਿੱਚ ਬਰਗਾੜੀ ਹੋਇਆ ਜਾਂ ਹੋਰ ਜਿਹੜੇ ਇਸ਼ੂਜ਼ ਹੋਏ ਨਾ, ਉਹਦੇ ਬਾਅਦ ਅਫਵਾਹਾਂ ਦਾ ਮੈਦਾਨ ਹਮੇਸ਼ਾ ਗਰਮ ਰਿਹਾ। ਉਹ ਅੱਜ ਤੱਕ ਸ਼ਾਂਤ ਨਹੀਂ ਹੋਇਆ। ਇਲੈਕਸ਼ਨਾਂ ਵੀ ਲੰਘ ਗਈਆਂ, ਇਲੈਕਸ਼ਨਾਂ ਪੰਜਾਬ ਦੀਆਂ ਲੰਘ ਗਈਆਂ, ਦਿੱਲੀ ਕਮੇਟੀ ਦੀਆਂ ਲੰਘ ਗਈਆਂ, ਤਕਰੀਬਨ ਉਹਦੇ ਬਾਅਦ ਸ਼ਾਂਤ ਹੋ ਜਾਂਦਾ, ਲੇਕਿਨ ਹਾਲੇ ਤੱਕ ਸ਼ਾਂਤ ਨਹੀਂ ਹੋਇਆ। ਮੈਂ ਤਾਂ ਸਿਰਫ ਕਿਉਂਕਿ ਮੈਂ ਆਊਟ ਆਫ ਦਿੱਲੀ ਰਹਿਣਾ ਸੀਗਾ 10-15 ਦਿਨ, ਔਰ ਮੈਂ 22 ਤਰੀਕ ਤੱਕ ਬਾਹਰ ਹਾਂ, ਤੇ ਇਸ ਕਰਕੇ ਮੈਂ ਨਾਰਮਲ ਰੂਟੀਨ ਜੋ ਮੇਰਾ ਕੌਨਸਟੀਟਿਊਸ਼ਨ ਕਹਿੰਦਾ ਮੈਂ ਆਪਣੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੂੰ ਦਿੱਤਾ ਚਾਰਜ, ਤੇ ਉਹ ਖਬਰ ਨਿਕਲ ਗਈ ਕਿ ਮੈਂ ਚਾਰਜ ਛੋੜ ਦਿੱਤਾ, ਮੈਂ ਨਾਰਾਜ਼ ਹਾਂ, ਮੈਂ ਘਰ ਬਹਿ ਗਿਆ ਵਾਂ ਜਾਂ ਮੈਂ ਅਗਿਆਤਵਾਸ 'ਚ ਚਲੇ ਗਿਆ, ਪਰ ਐਸੀ ਗੱਲ ਨਹੀਂ ਸੀ। ਨਹੀਂ ਤੇ ਇਹ ਅਕਸਰ ਪਹਿਲਾਂ ਵੀ ਹੁੰਦਾ ਰਹਿੰਦਾ ਕਿ ਪਹਿਲੀ ਵਾਰੀ ਹੋਇਆ? ਹਮੇਸ਼ਾ। ਤੇ ਫਿਰ ਹੁਣ ਕਿਉਂ ਗੱਲ ਛਿੜੀ? ਕੋਈ ਨਾ ਕੁਝ ਤਾਂ ਹੈ ਨਾ, ਜਾਂ ਤੁਸੀਂ ਆਪਣੇ ਕੋਲੋਂ ਹੀ ਗੱਲ ਬਾਹਰ ਕੱਢੀ ਹੋਣੀ ਹੈ? ਮੈਂ ਸਮਝਦਾ ਕਈ ਵਾਰ ਇਹ ਹੁੰਦਾ ਨਾ ਕਿ ਪਾਰਟੀ ਤੋਂ ਕੁਝ ਆਪਣੀਆਂ ਗੱਲਾਂ ਮਨਾਣੀਆਂ ਹੋਣ ਤਾਂ ਕੁਝ ਛੁਰਲੀਆਂ ਛੱਡ ਦੋ ਕਿ ਪਾਰਟੀ ਵੀ ਦਬਾਅ 'ਚ ਆ ਜਾਏ ਕਿ ਵਾਕਈ ਯਾਰ ਮਨਜੀਤ ਸਿੰਘ ਜੀਕੇ ਨਾ ਚਲਾ ਜਾਵੇ, ਉਹਦੀਆਂ ਗੱਲਾਂ ਸੁਣ ਲਈਏ, ਉਹਦੀਆਂ ਮੰਗਾਂ ਮੰਨ ਲਈਏ। ਅਕਸਰ ਇਹ ਤਮਾਮ ਤੌਰ ਤੇ ਹੁੰਦਾ ਕਿ ਵਹਿੰਦੀ ਗੰਗਾ 'ਚ ਸਾਰੇ ਹੱਥ ਧੋਣ ਦੀ ਕੋਸ਼ਿਸ਼ ਕਰਦੇ। ਗੱਲ ਇਹ ਹੈ ਕਿ ਬਾਬੇ ਦੀ ਕਿਰਪਾ ਨਾਲ ਮੈਂ ਪਾਰਟੀ ਨੇ ਹਮੇਸ਼ਾ ਮੈਨੂੰ ਫ੍ਰੀ ਹੈਂਡ ਦਿੱਤਾ ਹੈ, ਔਰ ਜਿਹੋ ਜਿਹੇ ਜਹਾਦ ਦਿੱਲੀ ਛੜੇ ਨੇ ਮੈਂ ਪੰਜਾਬ ਨੂੰ ਛੱਡ ਦੇਵਾਂ। ਦਿੱਲੀ ਦੇ ਵਿੱਚ ਜਿਹੋ ਜਿਹੇ ਮੌਕਿਆਂ ਦੇ ਵਿੱਚੋਂ ਪਾਰਟੀ ਨਿਕਲੀ, 2008 'ਚ ਸਾਹ ਸੁਖਬੀਰ ਸਿੰਘ ਬਾਦਲ ਨੇ ਮੈਨੂੰ ਪ੍ਰਧਾਨ ਬਣਾਇਆ ਸੀ, 18 ਆ ਗਿਆ। ਇਹ ਹਾਲਤ ਸੀ ਕਿ 15 ਸਾਲ ਤੋਂ ਅਸੀਂ ਹਾਰਦੇ ਪਏ ਸੀ, ਇਹ ਹਾਲਤ ਸੀ ਕਦੀ ਕੋਈ MLA ਨਹੀਂ ਜਿੱਤਿਆ ਸੀ, ਇਹ ਹਾਲਤ ਸੀ ਦਿੱਲੀ ਗੁਰਦੁਆਰਾ ਕਮੇਟੀ ਸੋਚ ਵੀ ਨਹੀਂ ਸਕਦੇ ਸੀਗੇ। ਜਿਹੜੇ 15 ਸਾਲ ਤੋਂ ਪ੍ਰਧਾਨ ਸੀ ਉਹਨਾਂ ਨੂੰ ਕੋਈ ਹਰਾਉਣ ਦਾ ਸੁਪਨਾ ਵੀ ਨਹੀਂ ਲੈ ਸਕਦਾ ਸੀਗਾ। ਇੰਟੈਲੀਜੈਂਸ IB ਦੀ ਰਿਪੋਰਟਾਂ ਵੀ ਸੀ। ਉਹ ਸਾਰੀਆਂ ਚੀਜ਼ਾਂ ਪਾਰਟੀ ਦੇ ਸਾਥ ਦੇ ਨਾਲ ਮੈਂ ਸਮਝਦਾ ਕਿ ਇੱਕ ਤੋਂ ਬਾਅਦ ਇੱਕ ਜਿੱਤ ਚੱਲਦੀ ਗਈ, ਔਰ ਜੋ ਮੈਂ ਚਾਹੁੰਦਾ ਮੈਂ ਮਨਵਾ ਸਕਦਾ ਸੀ, ਤਾਂ ਐਸਾ ਕੋਈ ਮਸਲਾ ਹੈ ਨਹੀਂ ਸੀ। ਨਹੀਂ ਇਹ ਹੁੰਦਾ ਨਾ ਕਿ ਜਦੋਂ ਪਾਰਟੀ ਦੁਬਿਧਾ 'ਚ ਹੈ, ਅੱਜ ਤੁਹਾਡੀ ਪਾਰਟੀ ਦੁਬਿਧਾ 'ਚ ਹੈ, ਉਹ ਪਾਰਟੀ ਇਗਨੋਰ ਨਹੀਂ ਕਰ ਸਕਦੀ ਕਿਸੇ ਨੂੰ ਵੀ। ਅਜਿਹੇ ਦੇ ਵਿੱਚ ਇੱਕ ਕਦਾਵਰ ਲੀਡਰ ਪਾਰਟੀ ਦਾ ਜੇ ਕੁਝ ਅੱਖਾਂ ਦਿਖਾਉਂਦਾ ਹੈ ਜਾਂ ਪਾਰਟੀ ਦਾ ਲੀਡਰ ਕਹਿੰਦਾ ਕਿ ਮੇਰੀਆਂ ਗੱਲਾਂ ਨਹੀਂ ਮੰਨੀਆਂ ਤਾਂ ਮੈਂ ਚਲਾ ਜਾਵਾਂਗਾ, ਤੁਹਾਨੂੰ ਲੱਗਦਾ ਕਿ ਪਾਰਟੀ ਉਸ ਹਾਲ ਦੇ ਵਿੱਚ ਹੈ ਕਿ ਮੇਰੀ ਹਰ ਗੱਲ ਮੰਨ ਲੇਗੀ? ਸੋ ਇਹ ਮੌਕਾ ਸਹੀ ਹੈ ਆਪਣੀਆਂ ਗੱਲਾਂ ਮਨਾ ਲਈ। ਮੈਂ ਸਮਝਦਾ 2017 ਦੇ ਵਿੱਚ ਜਦੋਂ ਪਾਰਟੀ ਹਾਰਦੀ ਹੈ ਔਰ ਦਿੱਲੀ ਦੇ ਵਿੱਚ ਮੈਂ ਜਿੱਤਦਾ ਵਾਂ, ਔਰ ਤੁਸੀਂ ਉਸ ਇਲੈਕਸ਼ਨ ਨੂੰ ਕਵਰ ਵੀ ਕੀਤਾ ਸੀਗਾ, ਮੈਂ ਸਮਝਦਾ ਵਾਂ ਕਿ ਮੈਂ ਜੋ ਚੀਜ਼ ਚਾਹੁੰਦਾ ਮੈਂ ਹਰ ਚੀਜ਼ ਮਨਵਾ ਸਕਦਾ ਸੀਗਾ। ਮੈਂ ਕਦੀ ਕੋਈ ਸ਼ਰਤ ਨਹੀਂ ਰੱਖੀ, ਕਦੀ ਕੋਈ ਜਿਹਨੂੰ ਆਮ ਟਵਿਸਟਿੰਗ ਕਿਹਾ ਜਾਂਦਾ ਸਿਆਸਤ ਦੇ ਵਿੱਚ, ਤੁਹਾਡਾ ਇਸ਼ਾਰਾ ਉਸੇ ਪਾਸੇ ਹੈ ਕਿ ਮਨਜੀਤ ਸਿੰਘ ਸ਼ਾਇਦ ਆਮ ਟਵਿਸਟਿੰਗ ਕਰ ਰਿਹਾ, ਮੈਂ ਕਦੀ ਇਹਦੇ 'ਚ ਬਿਲੀਵ ਨਹੀਂ ਕੀਤਾ। ਮੈਂ ਆਪਣੀ ਗੱਲ ਬੇਬਾਕਤਾ ਨਾਲ ਰੱਖਦਾ ਵਾਂ ਆਪਣਾ, ਲੇਕਿਨ ਪਾਰਟੀ ਦੇ ਡਿਸਿਪਲਿਨ 'ਚ ਰਹਿਣਾ ਵਾਂ। ਕਈ ਚੀਜ਼ਾਂ ਐਸੀਆਂ ਵੀ ਨੇ ਕਿ ਮੈਨੂੰ ਲੱਗਿਆ ਕਿ ਪਾਰਟੀ ਨੇ ਫੈਸਲਾ ਸ਼ਾਇਦ ਠੀਕ ਨਹੀਂ ਰਿਹਾ, ਲੇਕਿਨ ਮੈਂ ਪਾਰਟੀ ਡਿਸਿਪਲਿਨ ਤੋਂ ਬਾਹਰ ਨਹੀਂ ਗਿਆ। ਇਹਦਾ ਮਤਲਬ ਇਹ ਮੰਨ ਕੇ ਚੱਲੀਏ ਕਿ ਪਾਰਟੀ ਦੇ ਕੁਝ ਫੈਸਲਿਆਂ ਨਾਲ ਤੁਸੀਂ ਸਹਿਮਤ ਨਹੀਂ ਸੀ, ਤੇ ਉਹ ਵੀ ਇੱਕ ਕਾਰਨ ਸੀਗਾ ਹੈਂਡਓਵਰ ਕਰਨ ਦਾ ਕਿ ਨਹੀਂ ਸੀ? ਨੋ, ਉਹ ਤਾਂ ਫਿਰ ਮੈਨੂੰ ਕਰ ਦੇਣਾ ਚਾਹੀਦਾ ਸੀ ਅੱਜ ਤੋਂ 1.5-2 ਸਾਲ ਪਹਿਲੇ। ਫਿਰ ਇਹ ਗੱਲ ਕਿੱਥੋਂ ਆਈ ਕਿ ਜੀਕੇ ਨਾਰਾਜ਼ ਨੇ? ਜੀਕੇ ਸਾਹਿਬ ਦੇ ਬੜੇ ਸਾਰੇ ਮੁੱਦੇ ਨੇ, ਉਹ ਵਿਦਿਨ ਪਾਰਟੀ ਵੀ ਹੋ ਸਕਦੇ ਨੇ, ਪਾਰਟੀ ਤੋਂ ਬਾਹਰ ਵੀ ਹੋ ਸਕਦੇ ਨੇ, ਇਹਨਾਂ ਕਰਕੇ ਉਹ ਨਾਰਾਜ਼ਗੀ ਚੱਲ ਰਹੀ। ਮੈਂ ਸਮਝਦਾ ਵਾਂ ਕਿ ਉਹ ਫਿਰ ਜਿਨ੍ਹਾਂ ਨੇ ਖਬਰਾਂ ਕੱਢੀਆਂ, ਕਿਉਂਕਿ ਹਾਂ ਅਗਰ ਇਹ ਗੱਲ ਹੁੰਦੀ ਤੇ ਫਿਰ ਮੈਨੂੰ ਸਵੇਰੇ 6 ਵਜੇ ਮੈਨੂੰ ਮੀਡੀਆ ਅਪਰੋਚ ਕਰਦਾ ਜਿਸ ਦਿਨ ਖਬਰ ਛਪਦੀ ਹੈ, ਤੇ ਮੈਨੂੰ 6 ਵਜੇ ਮੀਡੀਆ ਦੇ ਸਾਹਮਣੇ ਨਹੀਂ ਆਉਣਾ ਚਾਹੀਦਾ ਸੀ, ਮੈਨੂੰ 2 ਦਿਨ ਅਗਿਆਤਵਾਸ ਰਹਿਣਾ ਚਾਹੀਦਾ ਸੀ। ਮੈਂ ਇਮੀਡੀਏਟ ਖਬਰ ਤੋਂ ਬਾਅਦ ਸਵੇਰੇ ਹੀ ਜਿਹੜਾ ਮੇਰੇ ਕੋਲ ਉਹਨਾਂ ਕੋਲ ਆਪਣੇ ਕੈਮਰੇ ਵੀ ਨਹੀਂ ਸੀਗੇ, ਉਹ ਫੋਨ ਦੇ ਕੈਮਰੇ ਤੇ ਹੀ ਉਹ ਮੇਰੇ ਨਾਲ ਸ਼ੁਰੂ ਹੋ ਗਏ, ਤੇ ਮੈਂ ਆਪਣੀ ਗੱਲ ਰੱਖੀ ਕਿ ਮੈਂ ਪਾਰਟੀ ਦੇ ਵਿੱਚ ਆ, ਮੈਂ ਅਸਤੀਫਾ ਨਹੀਂ ਦਿੱਤਾ। ਸੋ ਮੈਂ ਕਲੈਰਿਟੀ ਕੀਤੀ। ਫਿਰ ਤਾਂ ਮੈਨੂੰ 2-3 ਦਿਨ ਅਸਮੰਜਸ ਬਣਾ ਕੇ ਰੱਖਣਾ ਚਾਹੀਦਾ ਸੀ ਨਾ, ਕਿਉਂਕਿ ਮੇਰੀ ਗੱਲਾਂ ਤਾਂ ਮੰਨੀਆਂ ਜਾਂਦੀਆਂ। ਪਰ ਇਹ ਕੀ ਹੈ, ਮਤਲਬ ਤੁਸੀਂ ਹੈਂਡਓਵਰ ਉਹਨੂੰ ਦੇਤਾ, ਤੁਸੀਂ ਜੇ ਹੋਮ ਮਿਨਿਸਟਰ ਮੀਟਿੰਗ ਹੁੰਦੀ ਹੈ ਤੁਸੀਂ ਉੱਥੇ ਵੀ ਪਹੁੰਚ ਜਾਂਦੇ ਹੋ, ਅੰਮ੍ਰਿਤਸਰ 'ਚ ਜੇ ਕੋਈ ਮੀਟਿੰਗ ਹੈ ਤੁਸੀਂ ਉੱਥੇ ਵੀ ਪਹੁੰਚ ਜਾਂਦੇ ਹੋ। ਪ੍ਰਧਾਨਗੀ ਦਾ ਅਹੁਦਾ ਫਿਰ ਇੱਕ ਡਰਾਮਾ ਹੀ ਸੀ ਨਾ ਕਿ ਤੁਸੀਂ ਹੈਂਡਓਵਰ ਕਰਤਾ। ਜੇ ਤੁਸੀਂ ਹੈਂਡਓਵਰ ਕਰਤਾ, ਕਾਰਜਕਾਰੀ ਪ੍ਰਧਾਨ ਉਹ ਹੈ, ਫਿਰ ਤੁਸੀਂ ਕਿਉਂ ਮੀਟਿੰਗਾਂ ਅਟੈਂਡ ਕਰ ਰਹੇ ਹੋ? ਉਹਨਾਂ ਨੂੰ
ਕਰਨ ਦਿਓ ਕਾਲਕਾ ਜੀ ਨੂੰ ਅਟੈਂਡ ਮੀਟਿੰਗ। ਇਸ ਤਰ੍ਹਾਂ ਹੈਗਾ ਕਿ ਜਿਹੜੇ SGPC ਦੇ ਫੈਸਲੇ ਹੋਣੇ ਸੀਗੇ, ਕਿਉਂਕਿ ਮੇਰੇ ਜਲੰਧਰ ਮੇਰਾ ਕੰਮ ਸੀਗਾ ਤੇ ਮੈਂ ਅੰਮ੍ਰਿਤਸਰ ਲੈਂਡ ਕਰਕੇ ਜਾਣਾ ਸੀਗਾ, ਅੰਮ੍ਰਿਤਸਰ ਦੀ ਮੀਟਿੰਗ ਅਟੈਂਡ ਕਰਕੇ ਮੈਂ ਜਾਣਾ ਵਾ। ਹੋਮ ਮਿਨਿਸਟਰ ਦੇ ਜਿੰਨੇ ਵੀ ਮਸਲੇ ਨੇ ਦਿੱਲੀ 'ਚ ਸਾਹ ਸੁਖਬੀਰ ਸਿੰਘ ਬਾਦਲ ਨੇ ਮੈਨੂੰ ਫੋਲੋ ਅਪ ਨਹੀਂ ਰੱਖਿਆ ਸੀ। ਮੇਰੀ ਜੁਆਇੰਟ ਸੈਕਟਰੀ ਉਦੋਂ ਰੱਖਿਆ ਸੀ, ਨਹੀਂ ਤੁਸੀਂ ਪ੍ਰਧਾਨ ਸੀ, ਤੁਸੀਂ ਤਾਂ ਹੈਂਡਓਵਰ ਕਰਤਾ, ਤੁਹਾਡੀ ਪ੍ਰਧਾਨਗੀ ਤਾਂ ਚਲੀ ਗਈ ਕਾਲਕਾ ਜੀ ਕੋਲ, ਫਿਰ ਉਹਨਾਂ ਨੂੰ ਜਾਣਾ ਚਾਹੀਦਾ ਸੀ। ਮੈਂ ਸਮਝਦਾ ਮੇਰੀ ਕਾਰਜਕਾਰੀ ਪ੍ਰਧਾਨ ਮੈਂ ਦਿੱਲੀ ਕਮੇਟੀ ਦਾ ਦਿੱਤਾ ਸੀਗਾ। ਅਕਾਲੀ ਦਲ ਦਾ ਮੈਂ ਅੱਜ ਵੀ ਪ੍ਰਧਾਨ ਆ, ਉਦੋਂ ਵੀ ਪ੍ਰਧਾਨ ਸੀਗਾ ਤੇ ਅਕਾਲੀ ਦਲ ਦੇ ਪ੍ਰਧਾਨ ਦੇ ਜ਼ਿੰਮੇ ਉਹਨਾਂ ਨੇ ਲਾਇਆ ਸੀਗਾ। ਹੋਮ ਮਿਨਿਸਟਰ ਦੇ ਹੋਮ ਸੈਕਟਰੀ ਲੈਵਲ ਤੇ ਜਿੰਨੀਆਂ ਮੀਟਿੰਗਾਂ ਹੋਈਆਂ ਔਰ ਕੋਈ ਇੱਕ ਇਸ਼ੂ ਨਹੀਂ ਸੀਗਾ, 15-18 ਇਸ਼ੂ ਸੀਗੇ, ਸਾਰੇ ਇਸ਼ੂਜ਼ ਮੈਨੂੰ ਪਤਾ ਸੀਗਾ। ਠੀਕ ਹੈ, ਕਮੇਟੀ ਦੇ ਅੰਦਰ ਹਰਮੀਤ ਕਾਲਕਾ ਪ੍ਰਧਾਨ ਹੈ, ਕਮੇਟੀ ਤੋਂ ਬਾਹਰ ਤੁਸੀਂ ਪ੍ਰਧਾਨ ਹੋ, ਮਤਲਬ ਕਮੇਟੀ ਦਫ਼ਤਰ 'ਚ ਜੇ ਕੋਈ ਕੰਮ ਕਰਨਾ ਹੈ ਤਾਂ ਤੁਸੀਂ ਕਮੇਟੀ ਦਫ਼ਤਰ ਨਹੀਂ ਜਾਓਗੇ, ਉੱਥੇ ਹਰਮੀਤ ਕਾਲਕਾ ਕੰਮ ਕਰਾਏਗਾ, ਜੇ ਬਾਹਰ ਆਓਗੇ ਤਾਂ ਮਨਜੀਤ ਸਿੰਘ ਜੀਕੇ ਕੰਮ ਕਰੇਗਾ। ਨਹੀਂ, ਬਾਹਰ ਦੇ ਕੰਮ ਵੀ ਉਹ ਕਰਦਾ, ਲੇਕਿਨ ਜਿਹੜੀ ਚੀਜ਼ ਜੇ ਮੈਂ ਦਿੱਲੀ 'ਚ ਜੇ ਮੈਂ ਦਿੱਲੀ 'ਚ ਨਾ ਹੁੰਦਾ ਤੇ ਇਹ ਕੰਮ ਕੋਈ ਹੋਰ ਕਰ ਲੈਂਦਾ। ਮੈਂ ਵਿੱਚੋਂ ਇਹ 5 ਤਰੀਕ ਨੂੰ ਚਾਰਜ ਦਿੱਤਾ, 5 ਤੋਂ ਲੈ ਕੇ 22 ਤੱਕ ਮੈਂ 2 ਜਾਂ 3 ਦਿਨ ਦਿੱਲੀ 'ਚ ਹੈਗਾ ਸੀਗਾ। ਜਿਸ ਦਿਨ ਮੈਂ ਦਿੱਲੀ ਸੀ ਜਿਹੜੀ ਚੀਜ਼ ਹੋਈ ਮੈਂ ਅਟੈਂਡ ਕਰ ਲਈ, ਜਿਹੜੀ ਨਹੀਂ ਸੀਗੀ ਮੈਂ ਨਹੀਂ ਅਟੈਂਡ ਕੀਤੀ। ਪਾਰਟੀ ਨਾਲ ਰੋਸ ਕੀ ਹੈ? ਮੇਰਾ ਕੋਈ ਰੋਸ ਨਹੀਂ ਪਾਰਟੀ ਮੁੱਦਿਆਂ ਤੇ, ਫੈਸਲੇ ਕੀ ਫੈਸਲੇ ਜਦੋਂ ਪਾਰਟੀ ਨੇ ਲਏ ਨੇ ਤਾਂ ਮੈਂ ਵੀ ਉਹਦਾ ਪਾਰਟੀ ਕਵਾਂਗਾ ਮੈਂ ਆਪਣੇ ਆਪ ਨੂੰ, ਲੇਕਿਨ ਮੈਂ ਸਮਝਦਾ ਕਿ ਹਰੇਕ ਨੂੰ ਰਾਏ ਰੱਖਣੀ ਤੇ ਆਪਣੀ ਜ਼ਰੂਰੀ ਗੱਲ ਹੈ ਨਾ। ਅਗਰ ਮੈਂ ਰਾਏ ਨਹੀਂ ਰੱਖਦਾ, ਪਾਰਟੀ ਨਹੀਂ ਰੱਖੀ ਜਾ ਸਕਦੀ ਸੀ ਜਾਂ ਮੀਡੀਆ 'ਚ ਰੱਖੀ ਜਾਣੀ ਜ਼ਿਆਦਾ ਜ਼ਰੂਰੀ ਹੁੰਦੀ? ਮੈਂ ਪਾਰਟੀ ਦੇ ਵਿੱਚ ਆਪਣੀ ਰਾਏ ਹਮੇਸ਼ਾ ਰੱਖੀ ਹੈ, ਮੈਂ ਪਾਰਟੀ 'ਚ ਰੱਖੀ ਹੈ, ਮੈਂ ਇਲੈਕਸ਼ਨਾਂ ਦੇ ਦੌਰਾਨ ਵੀ ਰੱਖੀ ਸੀ ਕਿ ਮੈਂ 4 ਫਰਵਰੀ ਦੀ ਵੋਟਾਂ ਤੋਂ ਪਹਿਲੇ ਬੜਾ ਕਲੀਅਰਲੀ ਮੈਨੂੰ ਬਠਿੰਡੇ ਮੈਂ ਪ੍ਰੈਸ ਕਾਨਫਰੰਸ ਕੀਤੀ, ਉੱਥੇ ਮੈਨੂੰ ਪੁੱਛਿਆ ਗਿਆ ਡੇਰਾ ਮਾਫੀ ਬਾਰੇ, ਮੈਂ ਆਪਣੀ ਰਾਏ ਦਿੱਤੀ ਹੈ। ਲੇਕਿਨ ਪਾਰਟੀ ਦਾ ਹੁਕਮ ਸੀਗਾ ਕਿ ਅਸੀਂ ਇਸ ਲਾਈਨ ਤੇ ਰਹਿਣਾ, ਮੈਂ ਉਸ ਲਾਈਨ ਤੇ ਰਿਹਾ ਵੀ ਹਾਂ, ਲੇਕਿਨ ਮੇਰੀ ਰਾਏ ਵੱਖਰੀ ਹੋ ਸਕਦੀ ਹੈ। ਸੋ ਮੈਂ ਸਮਝਦਾ ਵਾਂ ਕਿ ਅਗਰ ਅਸੀਂ ਆਪਣੀ ਬੇਬਾਕਤਾ ਨਾਲ ਆਪਣੀ ਗੱਲ ਨਹੀਂ ਰੱਖਾਂਗੇ ਤੇ ਫਿਰ ਪਾਰਟੀ ਦੇ ਵਿੱਚ ਹਮੇਸ਼ਾ ਨੁਕਸਾਨ ਹੋਏਗਾ। ਇਹ ਵੀ ਕਿਹਾ ਜਾ ਰਿਹਾ ਮਨਜੀਤ ਸਿੰਘ ਜੀਕੇ ਜੋ ਚਾਹੁੰਦਾ ਸੀ ਉਹਨੇ ਮਨਵਾ ਲਿਆ, ਇਸੇ ਕਰਕੇ ਹੁਣ ਮਨਜੀਤ ਸਿੰਘ ਜੀਕੇ ਨੇ ਯੂ ਟਰਨ ਲੈ ਲਿਆ। ਹੁਣ ਤੁਸੀਂ ਪਾਰਟੀ ਦੀਆਂ ਗੱਲਾਂ ਕਰੀ ਜਾ ਰਹੇ ਹੋ, ਪਾਰਟੀ ਤੋਂ ਜੋ ਤੁਸੀਂ ਲੈਣਾ ਸੀ, ਜੋ ਗੱਲਾਂ ਮਨਵਾਣੀਆਂ ਸੀ ਉਹ ਤੁਸੀਂ ਮਨਵਾ ਚੁੱਕੇ ਹੋ। ਮੈਂ ਸਮਝਦਾ ਵਾਂ ਕਿ ਪਹਿਲੇ ਮੈਨੂੰ ਇਹ ਤਾਂ ਦੱਸੋ ਕਿ ਮੈਂ ਕਿਹੜੇ ਪਾਸੇ ਨੂੰ ਗਿਆ ਸੀ ਜਿੱਥੇ ਯੂ ਟਰਨ ਲਿਆ? ਨਹੀਂ, ਪਹਿਲਾਂ ਤੁਸੀਂ ਅਕਸਰ ਹੀ ਇਹ ਕਹਿੰਦੇ ਸੀਗੇ ਕਿ ਹਾਂ ਕੁਝ ਮੁੱਦੇ ਅਜਿਹੇ ਨੇ ਜਿਹਦੇ ਨਾਲ ਪਾਰਟੀ ਨਾਲ ਮੇਰਾ ਡਿਫਰੈਂਸ ਹੈਗਾ, ਉਹ ਵੀ ਇੱਕ ਕਾਰਨ ਸੀ ਚਾਰਜ ਦੇਣ ਦਾ। ਉਹ ਕਾਰਨ ਸੀ ਕਿ ਨਹੀਂ ਸੀ ਚਾਰਜ ਦੇਣ ਦਾ? ਮੈਂ ਅੱਜ ਵੀ ਕਹਿ ਰਿਹਾ, ਮੈਂ ਉਹੀ ਪੁੱਛਣਾ ਚਾਹੁੰਦਾ, ਉਹ ਵੀ ਇੱਕ ਕਾਰਨ ਸੀ ਚਾਰਜ ਦੇਣ ਦਾ ਹਰਮੀਤ ਕਾਲਕਾ ਨੂੰ? ਨਹੀਂ, ਨਹੀਂ, ਉਹਦਾ ਇਹਦੇ ਨਾਲ ਕੋਈ ਤਾਲੁਕ ਨਹੀਂ ਹੈ। ਮੈਂ ਅੱਜ ਵੀ ਕਹਿ ਰਿਹਾ ਵਾਂ, ਸੋ ਇਸ ਕਰਕੇ ਇਸ ਗੱਲ ਨੂੰ ਇਸ ਤਰੀਕੇ ਨਾਲ ਨਾ ਦੇਖਿਆ ਜਾਵੇ। ਚਲੋ ਇੱਕ ਹੋਰ ਵੱਡੀ ਗੱਲ ਕਰਦੇ ਹਾਂ, ਦਿੱਲੀ ਕਮੇਟੀ ਦੇ ਵਿੱਚ 2 ਧੜੇ ਨੇ, ਲੋਕ ਤਾਂ ਇਸ ਨੂੰ ਵੀ ਦੇਖ ਰਹੇ ਨੇ। ਮੈਂ ਸਮਝਦਾ ਕਿ ਉਹ ਧੜਾ ਜ਼ਿਆਦਾ ਭਾਰੂ ਹੁੰਦਾ ਜਾ ਰਿਹਾ ਮਨਜੀਤ ਜੀਕੇ ਤੇ ਮਨਜੀਤ ਜੀਕੇ ਨੂੰ ਲੱਗਿਆ ਕਿ ਇਹ ਧੜਾ ਹਲਕਾ ਕਰਨਾ ਤਾਂ ਮੈਨੂੰ ਸਟੈਪ ਚੱਕਣਾ ਪੈਣਾ। ਮੈਂ ਸਮਝਦਾ ਵਾਂ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦਾ ਪ੍ਰਧਾਨ ਹਾਂ ਔਰ ਸਾਰੇ ਇੱਕੋ ਪਾਰਟੀ ਨੂੰ ਬਿਲੋਂਗ ਕਰਦੇ ਹੋ, ਸਾਡੇ ਇੱਥੇ 'ਚ ਕੋਈ ਧੜਾ ਨਹੀਂ ਹੈਗਾ। ਅਸੀਂ ਨਾ ਧੜੇ ਦੀ ਰਾਜਨੀਤੀ ਕੀਤੀ, ਜੇ ਧੜਾ ਹੁੰਦਾ ਤਾਂ ਫਿਰ ਜੇ ਟਿਕਟਾਂ ਵੰਡ ਰਹੇ ਹੁੰਦੇ ਤੇ ਫਿਰ ਤਾਂ ਮੇਰੀ ਚੰਮ ਦੀ ਚੱਲਣੀ ਚਾਹੀਦੀ ਸੀ ਕਿ 2017 'ਚ ਇਲੈਕਸ਼ਨ ਹੋਈ ਹੈ। ਆਪਾਂ ਤੇ ਹਰੇਕ ਨੂੰ ਐਡਜਸਟ ਕੀਤਾ, ਕਿਸੇ ਦਾ ਕੋਈ ਧੜੇਬਾਜ਼ੀ ਨਹੀਂ ਰੱਖੀ, ਨਾ ਅੱਜ ਹੈ, ਨਾ ਅੱਗੇ ਸੀ, ਨਾ ਅੱਗੋਂ ਹੋਊਗਾ। ਫਿਰ ਇਹ ਗੱਲਾਂ ਕਿੱਥੋਂ ਨਿਕਲਦੀਆਂ? ਇਹ ਗੱਲਾਂ ਉਸ ਪਾਸੇ ਹੈ ਹੀ ਨਹੀਂ ਜਿਸ ਪਾਸੇ ਤੁਸੀਂ ਲਿਜਾਣਾ ਚਾਹੁੰਦੇ ਹੋ। ਤਾਂ ਹੀ ਨਿਕਲਦੀ ਹੈ ਨਾ? ਨਾ, ਬਿਲਕੁਲ ਐਸੀ ਕੋਈ ਗੱਲ ਨਹੀਂ ਹੈਗੀ। ਜਿਹੜੀਆਂ ਗੱਲਾਂ ਮਤਲਬ ਮਨਜਿੰਦਰ ਸਿੰਘ ਸਿਰਸਾ ਤੇ ਮਨਜੀਤ ਸਿੰਘ ਜੀਕੇ ਦੇ ਵਿਚਕਾਰ ਕੋਈ ਡਿਫਰੈਂਸਸ ਨਹੀਂ? ਮੇਰਾ ਉਹਦੇ ਨਾਲ ਕੋਈ ਡਿਫਰੈਂਸਸ ਨਹੀਂ ਗਾ। ਚਲੋ ਇੱਕ ਹੋਰ ਗੱਲ, ਤੁਹਾਡੇ ਵਿਰੋਧੀ ਕਹਿੰਦੇ ਨੇ ਕਿ ਮਨਜੀਤ ਸਿੰਘ ਜੀਕੇ ਸਿਰਫ ਇੱਕ ਡਰਾਮਾ ਕ੍ਰੀਏਟ ਕਰ ਰਿਹਾ, ਜਿਵੇਂ ਮੈਂ ਪਹਿਲਾਂ ਕਿਹਾ ਕਿ ਆਪਣੀ ਹਾਈ ਕਮਾਂਡ ਪਾਰਟੀ ਨੂੰ ਇਹ ਦਿਖਾਉਣ ਦੇ ਲਈ ਕਿ ਜੇ ਮੇਰੀਆਂ ਗੱਲਾਂ, ਜੇ ਮੇਰੀਆਂ ਮੰਗਾਂ, ਜੇ ਮੈਨੂੰ ਫ੍ਰੀ ਹੈਂਡ, ਜੇ ਮੈਨੂੰ ਇਹ ਸਾਰੀ ਪ੍ਰਭੂਸੱਤਾ ਨਹੀਂ ਦਿੱਤੀ ਗਈ ਤਾਂ ਤੁਸੀਂ ਵੇਖ ਲਿਓ ਕਿ ਦਿੱਲੀ ਦੇ ਵਿੱਚ ਔਖਾ ਹੋ ਜਾਣਾ ਤੁਹਾਡਾ। ਇਹ ਤੁਹਾਡੇ ਵਿਰੋਧੀ ਕਹਿੰਦੇ ਨੇ। ਪਹਿਲੀ ਗੱਲ, 2 ਕਾਰਨ ਉਹਨਾਂ ਦੱਸੇ ਨੇ। ਦੂਜਾ ਕਾਰਨ ਇੱਕ ਵੱਡਾ ਇਲਜ਼ਾਮ ਜਿਹੜਾ ਤੁਹਾਡੇ ਤੇ ਲੱਗ ਰਿਹਾ ਕਿ ਤੁਸੀਂ ਇੱਕ ਵੱਡਾ ਘੁਟਾਲਾ ਕੀਤਾ, ਉਹ ਘੁਟਾਲਾ ਜਗ ਜ਼ਾਹਰ ਹੋਣ ਵਾਲਾ, ਤੁਸੀਂ ਪ੍ਰਧਾਨਗੀ ਇਸ ਲਈ ਛੱਡ ਗਏ ਹੋ ਕਿ ਹੁਣ ਬਦਨਾਮੀ ਬਹੁਤ ਹੋਣ ਵਾਲੀ ਹੈ। 51 ਲੱਖ ਰੁਪਏ ਦਾ ਮਨਜੀਤ ਸਿੰਘ ਜੀਕੇ ਨੇ ਘੁਟਾਲਾ ਕੀਤਾ, ਇਸ ਕਰਕੇ ਉਹ ਪ੍ਰਧਾਨਗੀ ਛੱਡ ਕੇ ਅਗਿਆਤਵਾਸ 'ਚ ਜਾਣ ਦੀ ਕੋਸ਼ਿਸ਼ ਕਰ ਰਹੇ। ਮੈਂ ਸਮਝਦਾ 51 ਲੱਖ ਦਾ ਇੱਕ ਕਿਹਾ ਵਰਦੀਆਂ ਖਰੀਦਣ ਦਾ, ਇੱਕ ਕਿਹਾ ਕਿਤਾਬਾਂ ਦਾ, ਇੱਕ ਕਿਹਾ ਮੈਂ ਸਮਝਦਾ ਵਾਂ ਕਿ ਇੱਕ ਏਸੀਆਂ ਦਾ ਕਿਹਾ। ਪੈਸੇ ਆਉਂਦੇ ਨੇ, ਅਕਾਊਂਟ 'ਚ ਚੈੱਕ ਆਉਂਦਾ, ਚੈੱਕ ਅਕਾਊਂਟ 'ਚ ਜਮ੍ਹਾਂ ਹੋ ਜਾਂਦਾ। ਮੈਨੂੰ ਨਹੀਂ ਸਮਝ ਆਇਆ ਘੁਟਾਲਾ ਉਹ ਕਹਿੰਦੇ ਨੇ ਅਕਾਊਂਟ 'ਚ ਜਮ੍ਹਾਂ ਹੋਇਆ ਪਰ ਤੁਸੀਂ ਕਢਾਇਆ, ਉਹ 51 ਲੱਖ ਰੁਪਏ ਤੁਸੀਂ ਕਢਾਇਆ ਇਹ ਦਿਖਾਉਣ ਦੇ ਲਈ ਕਿ ਇਹ ਕਮੇਟੀ 'ਚ ਅਸੀਂ ਜਮ੍ਹਾਂ ਕਰਾਇਆ। ਤੁਹਾਨੂੰ ਤਾਂ ਫੌਰਨ ਤੋਂ ਡੋਨੇਸ਼ਨ ਆਈ ਸੀ, ਉਹ ਡੋਨੇਸ਼ਨ ਤੁਸੀਂ ਕਢਾਈ, ਉਹ ਫਿਰ ਅਕਾਊਂਟ 'ਚ ਪਾਈ, ਇਹ ਅਹਿਸਾਸ ਕਰਾਉਣ ਲਈ ਕਿ ਅਸੀਂ 51 ਲੱਖ ਰੁਪਏ ਦਿੱਤਾ। ਮੈਂ ਸਮਝਦਾ ਵਾਂ ਕਿ ਜੇ ਇਹ ਪੈਸੇ ਅਕਾਊਂਟ 'ਚ ਬਾਈ ਚੈੱਕ ਆ ਰਹੇ ਨੇ ਤੇ ਉਹ ਬਾਈ ਚੈੱਕ ਉਹਦੇ ਨਾਂ ਤੋਂ ਜਮ੍ਹਾਂ ਹੋਏਗਾ, ਜਿਹਦੇ ਨਾਂ ਤੇ ਚੈੱਕ ਹੋਏਗਾ, ਉਹ ਦੂਜੇ ਨਾਂ ਤੇ ਕਿੱਦਾਂ ਜਮ੍ਹਾਂ ਹੋ ਸਕਦੇ ਨੇ? ਨੰਬਰ 1। ਨੰਬਰ 2, ਏਸੀਆਂ ਦੀ ਗੱਲ ਕਰਦੇ ਨੇ। ਮੈਂ ਸਮਝਦਾ ਵਾਂ ਕਿ ਸਾਡੇ ਇੱਥੇ ਕਈ ਬੰਦੇ ਆਉਂਦੇ ਨੇ ਕਿ ਜੀ ਸਾਡੇ ਤੋਂ ਪੈਸੇ ਲੈ ਲਓ ਔਰ ਸਾਡੇ ਕੋਲ ਚੈੱਕ ਨਹੀਂ ਹੈਗਾ। ਉਹ ਜੇ ਪੈਸੇ ਲੈ ਲਓ, ਚੈੱਕ ਨਹੀਂ ਹੈਗਾ ਤੇ ਉਹ ਗੋਲਕ 'ਚ ਜਮ੍ਹਾਂ ਹੁੰਦੇ ਨੇ। ਗੋਲਕ ਦਾ ਰਿਕਾਰਡ ਹੈਗਾ ਕਿ ਉਹ ਗੋਲਕ 'ਚ ਪੈਸੇ ਗਏ ਨੇ। ਦੂਜੀ ਗੱਲ, ਸਰਨਾ ਸਾਹਿਬ ਨੇ ਇਲਜ਼ਾਮ ਲਗਾਏ ਨੇ, ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਬੰਦਾ ਪੇਸ਼ ਕਰ ਦੇਣ ਕਿ ਜਿਨ੍ਹਾਂ ਦੇ ਏਸੀ ਲਗਵਾਏ ਨੇ ਉਹ ਆ ਕੇ ਸਾਡੇ ਤੋਂ ਪੁੱਛ ਲੈਣ, ਉਹ ਦੇ ਆਰ ਸੈਟਿਸਫਾਈਡ ਕਿ ਉਹਨਾਂ ਦੇ ਪੈਸੇ ਕਿੱਥੇ ਨੇ ਔਰ ਕਿੱਥੇ ਨਹੀਂ ਨੇ।
ਤੀਜੀ ਗੱਲ, ਕਿਤਾਬਾਂ ਦੀ ਗੱਲ ਕਰਦੇ ਨੇ, ਅੱਜ ਪਰਚੇਜ਼ ਆਰਡਰ ਦਿੱਤਾ ਜਾਂਦਾ ਹੈ, ਕੱਲ ਨੂੰ ਮਾਲ ਸਪਲਾਈ ਹੋ ਜਾਂਦਾ ਹੈ ਔਰ ਤੀਜੇ ਦਿਨ ਉਹਦੀ ਪੇਮੈਂਟ ਹੋ ਜਾਂਦੀ ਹੈ। ਉਹਦਾ ਰਿਕਾਰਡ ਹੈ। 1 ਸਾਲ ਤੋਂ ਈਮੇਲਾਂ ਚੱਲਦੀਆਂ ਪਈਆਂ ਨੇ ਜਿਹੜੀਆਂ ਕਿਤਾਬਾਂ ਛਪਣੀਆਂ ਨੇ, ਔਰ ਉਹ ਕਿਤਾਬਾਂ ਕਿਵੇਂ ਛਪਣੀਆਂ ਨੇ, ਉਹਦੇ ਵਿੱਚ ਕੀ ਕੰਟੈਂਟ ਹੋਣਾ। ਟੀਚਰਾਂ ਦੀ ਕਮੇਟੀ ਬਣਦੀ ਹੈ, ਉਹਦੇ ਰੇਟਸ ਅਪਰੂਵ ਹੁੰਦੇ ਨੇ, ਉਹਦੇ ਲਈ ਉਹਦੇ ਪ੍ਰਿੰਟਰ ਅਪਰੂਵ ਹੁੰਦੇ ਨੇ, ਔਰ ਇਹ ਪ੍ਰੋਸੈਸ ਨੂੰ ਤਕਰੀਬਨ ਸਾਲ ਸਵਾ ਸਾਲ ਲੱਗਦਾ। ਮੈਨੂੰ ਨਹੀਂ ਪਤਾ ਕਿੱਥੇ ਲੱਗਦਾ। ਨਹੀਂ ਤੇ ਜਿਹੜੀ ਉਹ ਮੰਗ ਕਰ ਰਹੇ ਨੇ ਕਿ ਪ੍ਰਾਈਵੇਟ ਸੰਸਥਾ ਤੋਂ ਆਡਿਟ ਕਰਾ ਲਓ, ਫਿਰ ਜੇ ਕੋਈ ਡਰ ਨਹੀਂ ਤੇ ਆਡਿਟ ਕਰਾ ਲਓ। ਅਸੀਂ ਤਾਂ ਕਰਾ ਆਡਿਟ। ਮੈਂ ਕਹਿੰਦਾ ਜਿਹੜੀ ਆਰਟੀਆਈ ਹੈ, ਆਰਟੀਆਈ ਕਿਸੇ ਨੇ ਅੱਜ ਤੱਕ ਨਹੀਂ ਲਾਈ ਸੀਗੀ। ਸਰਨਾ ਸਾਹਿਬ ਤੇ ਸੁਪਰੀਮ ਤੱਕ ਕੋਰਟ ਤੱਕ ਗਏ ਨੇ ਆਰਟੀਆਈ ਲਗਾਉਣ ਨੂੰ, ਅਸੀਂ ਆਰਟੀਆਈ ਲਗਾਈ ਹੈ। ਅੱਜ 500 ਆਰਟੀਆਈ ਦਾ ਮੈਂ ਜਵਾਬ ਦਿੰਦਾ, ਜਿਹੜਾ ਮਰਜ਼ੀ ਮੈਨੂੰ ਸਵਾਲ ਪੁੱਛੇ, ਜਿੰਨੇ ਤੁਸੀਂ ਸਵਾਲ ਪੁੱਛੇ ਨੇ ਆਰਟੀਆਈ ਤੋਂ ਮੇਰੇ ਤੋਂ ਪੁੱਛਣਗੇ, ਜੇ ਮੈਂ ਗਲਤ ਜਵਾਬ ਦਿਆਂਗਾ ਤੇ ਮੇਰੀ ਮੈਂਬਰੀ ਵੀ ਜਾਊਗੀ, ਮੇਰੀ ਪ੍ਰਧਾਨਗੀ ਵੀ ਜਾਏਗੀ। ਦੂਸਰੀ ਗੱਲ, ਮੈਂ ਇਹ ਸਮਝਦਾ ਵਾਂ ਕਿ ਇਲਜ਼ਾਮ ਲਾਣੇ ਬੜੇ ਸੌਖੇ ਨੇ। ਮੈਂ ਸਰਨਾ ਸਾਹਿਬ ਦੀ ਗੱਲ ਕਰਦਾ ਜਿਨ੍ਹਾਂ ਨੇ ਮੇਰੇ ਤੇ ਇਲਜ਼ਾਮ ਲਾਏ ਨੇ। ਸ਼ੰਟੀ ਜੀ ਦੀ ਇਲਜ਼ਾਮ ਲਾਣਾ, ਉਹਨਾਂ ਦਾ ਆਪਣਾ ਕਿਰਦਾਰ ਕੀ ਹੈ। ਕਿਤਾਬਾਂ ਉਹਨਾਂ ਨੇ ਛਾਪੀਆਂ, ਉਹ ਕਿਤਾਬਾਂ ਜਿਹੜੀਆਂ ਛਾਪੀਆਂ ਨੇ ਕੋਈ ਵਿਰਾਸਤ ਦੇ ਨਾਂ 'ਤੇ, ਕੋਈ ਸਿੱਖੀ ਦੇ ਨਾਂ 'ਤੇ। ਇੱਕ ਪੇਜ ਖੋਲ੍ਹੋ, ਇੱਕ ਕਿਤਾਬ ਨੂੰ ਖੋਲ੍ਹੋ ਤੇ ਸੋਨੀਆ ਗਾਂਧੀ ਦੀ ਤੇ ਡਾਕਟਰ ਮਨਮੋਹਨ ਸਿੰਘ ਦੀ ਫੋਟੋ ਲੱਗੀ ਹੈ। ਇੱਕ ਹੋਰ ਕਿਤਾਬ ਚੁੱਕ ਲਓ, ਉਹਦੇ ਸ਼ੀਲਾ ਦੀਕਸ਼ਿਤ ਦੀ ਤੇ ਉਹਦੀ ਫੋਟੋ ਲੱਗੀ ਹੈ, ਜਿਹੜੇ ਸਿੱਖ ਸੀਗੇ ਲਵਲੀ ਜੀ ਮਿਨਿਸਟਰ। ਸਾਡੀਆਂ ਕਿਤਾਬਾਂ ਚੁੱਕ ਲਓ, ਉਹਨਾਂ ਕਰਕੇ ਫਿਰ ਤੁਹਾਨੂੰ ਤਾਂ ਨਹੀਂ ਸਾਡੀਆਂ ਨਹੀਂ ਲਾਇਸੈਂਸ ਦੇ ਸਕਦੇ ਨਾ, ਤੁਸੀਂ ਜੋ ਮਰਜ਼ੀ ਕਰਦੇ ਰਹੋ। ਸਾਡੀ ਕਿਤਾਬਾਂ ਚੁੱਕ ਲਓ, ਸਾਨੂੰ ਦੱਸੋਗੇ ਕਿਤੇ ਬਾਦਲ ਸਾਹਿਬ ਦੀ ਫੋਟੋ ਲੱਗੀ ਹੋਵੇ। ਅਸੀਂ ਜਿਹੜੀਆਂ ਕਿਤਾਬਾਂ ਛਾਪੀਆਂ, ਸਾਡੀ ਸਟੇਜਾਂ ਤੇ ਕਦੀ ਤੁਸੀਂ ਸਾਡੇ ਆਪਣੇ ਪ੍ਰਧਾਨ ਹੀ ਦੇਖੇ ਨੇ? ਇਹ ਤੇ ਸਿੱਖਾਂ ਦੇ ਕਾਤਲਾਂ ਨੂੰ ਬੁਲਾਉਂਦੇ ਰਹੇ ਨੇ। ਮੈਂ ਸਮਝਦਾ 1917 'ਚ ਜਦੋਂ ਮੈਂ ਇਲੈਕਸ਼ਨ 2017 ਜਦੋਂ ਮੈਂ ਇਲੈਕਸ਼ਨ ਲੜੀ ਆ, ਤੁਸੀਂ ਕਵਰ ਕੀਤਾ, ਕਿਹੜਾ ਇਲਜ਼ਾਮ ਮੇਰੇ ਤੇ ਨਹੀਂ ਲੱਗਾ ਸੀਗਾ? ਕਰਪਸ਼ਨ ਦੇ ਸਾਰੇ ਇਲਜ਼ਾਮ ਲੱਗੇ ਸੀਗੇ, ਬਰਗਾੜੀ ਦੇ ਲੱਗੇ ਸੀਗੇ, ਮਾਫੀ ਦੇ ਲੱਗੇ ਸੀ, ਚਿੱਟੇ ਦੇ ਲੱਗੇ ਸੀਗੇ, ਹਰ ਇਲਜ਼ਾਮ ਲੱਗਾ ਹੈ। ਲੇਕਿਨ ਜੋ ਰਿਜ਼ਲਟ ਦਿੱਲੀ ਦੇ ਵਿੱਚ ਆਇਆ ਤੁਹਾਡੇ ਸਾਹਮਣੇ ਹੈ। ਮੈਂ ਸਮਝਦਾ ਇਲਜ਼ਾਮ ਹੋ ਜਿਹਦੇ ਤੱਥ ਆ ਜਾਣਗੇ ਔਰ ਉਹਨਾਂ ਨੂੰ ਅਸੀਂ ਸਾਰੇ ਜਵਾਬ ਦੇ ਦਿੱਤੇ। ਤੁਹਾਡੇ ਕੱਪੜਿਆਂ ਤੇ ਵੀ ਲੱਗਦਾ ਰੰਗ ਬਰੰਗੇ ਕੱਪੜੇ ਜਿਹੜੇ ਤੁਸੀਂ ਪਾਉਂਦੇ ਹੋ, ਐਡੇ ਐਡੇ ਮਹਿੰਗੇ। ਇੱਕ ਮੋਦੀ ਤੇ ਇੱਕ ਮਨਜੀਤ ਸਿੰਘ ਜੀਕੇ, ਇਹੀ ਮਹਿੰਗੇ ਕੱਪੜੇ ਪਾਉਂਦੇ ਨੇ ਦੋ ਸਿਆਸਤਦਾਨ ਨੇ। ਵੈਸੇ ਗੋਲਕ, ਗੁਰੂ ਦੀ ਗੋਲਕ ਦੇ ਜਿਹੜੇ ਪੈਸੇ ਆ ਉਹ ਤੁਸੀਂ ਆਪਣੇ ਕੱਪੜਿਆਂ ਤੇ ਲਾਈ ਜਾਂਦੇ ਹੋ। ਵੈਸੇ ਇਹ ਹੈ, ਇਹ ਮੈਂ ਅੱਜ ਵੀ ਰੰਗ ਬਰੰਗਾ ਪਾਇਆ ਤਾਂ ਕੀ ਭਾਅ ਦੱਸੋਗੇ ਤੁਸੀਂ? ਉਹ ਤਾਂ ਤੁਹਾਨੂੰ ਪਤਾ ਹੋਏਗਾ ਨਾ ਬੇਟਾ। ਤੁਸੀਂ ਦੱਸੋ। ਤਾਂ ਮੈਂ 40,000 ਕਹਿ ਰਿਹਾ ਕਿ 40,000 ਦੇ ਸਫਾਰੀ ਸੂਟ ਆਪਣੇ ਘਰ ਦੀਆਂ ਕੰਪਨੀਆਂ ਤੋਂ ਲੈ ਕੇ ਤੁਸੀਂ ਸਵਾਈ ਜਾਂਦੇ ਹੋ ਗੁਰੂ ਦੀ ਗੋਲਕ ਤੇ ਪੈਸਿਆਂ ਨਾਲ, ਫਿਰ ਇਲਜ਼ਾਮ ਤਾਂ ਲੱਗਣਗੇ। ਗੱਲ ਇਹ ਹੈ ਕਿ 40,000 ਦਾ ਸੂਟ ਉਹ ਦਿਖਾ ਦੇਣ। ਮੈਂ ਆਪ ਜਿਹੜਾ ਕੱਪੜਾ ਪਾਣਾ ਵਾ, ਇਹ ਮੇਰਾ 500 ਰੁਪਏ ਮੀਟਰ, 300 ਰੁਪਏ ਮੀਟਰ ਦਾ ਕੱਪੜਾ ਹੈ। ਦੂਜੀ ਗੱਲ, ਜਿਹੜੇ ਇਲਜ਼ਾਮ ਲਾ ਰਹੇ ਨੇ, ਮੈਨੂੰ ਲਾਉਂਦੇ ਨੇ ਕਿ ਇੱਕ ਬਿਲਿੰਗ ਮੇਰੀ ਬੇਟੀ ਦੀ ਕੰਪਨੀ 'ਚ ਹੋਈ ਹੈ। ਬੇਟੀ ਤੇ ਮੇਰੀ ਪਰਾਏ ਕਰ ਗਈ ਹੈ ਨਾ, ਉਹ ਰਹਿੰਦੀ ਸੀ ਗੁੜਗਾਉਂ, ਉਹਨਾਂ ਦੀ ਕੰਪਨੀ ਹੈਗੀ ਹੈ। ਦਿੱਲੀ ਉਹਨਾਂ ਨੇ ਇੱਕ ਐਡਰੈਸ ਵਾਸਤੇ ਜਿੱਦਾਂ ਸੇਲ ਟੈਕਸ ਨੰਬਰ ਹੋਣਾ ਉਹਦਾ ਲਿਆ ਹੋਏਗਾ। ਸਰਨਾ ਸਾਹਿਬ ਤੇ ਆਪਣੀ ਫੈਕਟਰੀ ਦੇ ਵਿੱਚ ਉਹਦੀ ਭਾਂਡਿਆਂ ਦੇ ਬਿੱਲ ਮੈਂ ਕੱਢ ਦਿੱਤੇ ਨੇ, ਆਪਣੇ ਫੈਕਟਰੀ ਆਪ ਪ੍ਰਧਾਨ ਨੇ, ਔਰ ਸ਼ੰਟੀ ਜੀ ਔਰ ਉਹਨਾਂ ਦੇ ਦਸਤਖਤ ਨੇ। ਸ਼ੰਟੀ ਜੀ ਦੀ ਸਬਜ਼ੀਆਂ ਦੇ ਘੁਟਾਲੇ ਤੁਸੀਂ ਦੇਖ ਲਓ। ਮੈਂ ਸਮਝਦਾ ਵਾਂ ਪਰ ਪ੍ਰਧਾਨ ਸਾਹਿਬ ਆਪਾਂ ਇਗਨੋਰ ਕਰ ਸਕਦੇ ਸੀ ਨਾ। ਤੁਹਾਨੂੰ ਪਤਾ ਕਿ ਜੇ ਕੋਈ ਗੱਲ ਬਣਦੀ ਹੈ ਤੁਸੀਂ ਕੱਪੜਾ ਕਿਧਰੋਂ ਹੋਰ ਵੀ ਲੈ ਸਕਦੇ ਸੀ। ਮੇਰੀ ਨੌਲੇਜ ਤੋਂ ਬਾਹਰ ਸੀਗਾ, ਮੈਨੂੰ ਪਤਾ ਵੀ ਨਹੀਂ ਕਦੋਂ। ਮੈਨੂੰ ਤਾਂ ਆਪ ਹੁਣ ਪਤਾ ਲੱਗਾ ਕਿ ਇਹ ਚੀਜ਼ ਹੋਈ ਹੈ। ਨੰਬਰ 1। ਨੰਬਰ 2, ਜੋ ਅੱਗੋਂ ਸ਼ਾਇਦ ਨਹੀਂ ਹੋਏਗੀ, ਕਦੀ ਵੀ ਨਹੀਂ ਹੋਏਗੀ, ਕਦੀ ਵੀ ਨਹੀਂ ਹੋਏਗੀ। ਅੱਛਾ, ਫਿਰ ਉਹਦਾ ਅਮਾਊਂਟ ਕੀ ਹੈ? ਫਰਜ਼ ਕਰ ਲਓ ਇੰਨੀ ਗੱਲ ਵੀ ਹੈ। ਮੈਂ ਇਹ ਸਮਝਦਾ ਵਾਂ ਕਿ ਇਹੋ ਜਿਹੀ ਵਕਿਆ ਜੇ ਕਰਦਾ ਤੇ ਫਿਰ ਮੈਨੂੰ ਕਰੋੜਾਂ ਰੁਪਏ 'ਚ ਕਰਨੀ ਚਾਹੀਦੀ ਸੀ, ਇਹਨੇ ਛੋਟੇ ਜਿਹੇ ਅਮਾਊਂਟ ਦੀ ਨਹੀਂ ਹੋਣੀ ਚਾਹੀਦੀ। ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਇਹ ਇਲਜ਼ਾਮ ਅੱਜ ਦੇ ਨਹੀਂ ਲੱਗਦੇ ਪਏ, ਇਹ ਅਸੀਂ ਜਿੱਦਣ ਦੇ ਆਏ ਹਾਂ ਉਦੋਂ ਦੇ ਵੱਡੇ ਤੋਂ ਵੱਡੇ ਇਲਜ਼ਾਮ ਲੱਗਦੇ ਨੇ। ਔਰ ਜਿਹੜੇ ਵੀ ਕੰਮ ਦੇ ਵਿੱਚ ਅਸੀਂ ਕੰਮ ਕਰਦੇ ਹਾਂ ਉਹਦੇ 'ਚ ਪੂਰੀ ਕਮੇਟੀ ਦੀ ਇਨਵੋਲਵਮੈਂਟ ਹੁੰਦੀ ਹੈ। ਹਾਂ, ਉਹਨਾਂ ਸਾਡੇ ਕੋਲ ਆਰਟੀਆਈ ਲੱਗਦੀ ਹੈ, ਉਹ ਆ ਕੇ ਸਾਡੇ ਤੋਂ ਜਵਾਬ ਪੁੱਛ ਰਹੇ ਨੇ, ਅਸੀਂ ਦੇ ਰਹੇ ਨੇ। ਆਲਰੇਡੀ ਜਿਹੜੀ ਗੱਲਾਂ ਤੁਸੀਂ ਮੈਨੂੰ ਸਵਾਲ ਪੁੱਛ ਰਹੇ ਨੇ ਸਾਰਿਆਂ ਦੇ ਜਵਾਬ ਉਹਨਾਂ ਨੂੰ ਦੇ ਦਿੱਤੇ। ਚਲੋ ਮੈਂ ਇੱਕ ਹੋਰ ਸਵਾਲ ਤੁਹਾਡੇ ਇਸ ਵਿਵਾਦ ਦੇ ਨਾਲ ਹੀ ਜੁੜਦਾ ਕਿ ਮਨਜੀਤ ਸਿੰਘ ਜੀਕੇ ਸਾਈਡ ਤੇ ਕਿਉਂ ਹੋ ਗਈ ਜਾਂ ਪ੍ਰਧਾਨਗੀ ਕਿਉਂ ਛੱਡੀ ਹੈ। ਕੁਝ ਲੋਕ ਇਹ ਵੀ ਕਹਿੰਦੇ ਨੇ ਕਿ ਮਨਜੀਤ ਸਿੰਘ ਜੀਕੇ ਬਾਹਰ ਗਏ, ਉੱਥੇ ਉਹਨਾਂ ਨਾਲ ਹੱਥੋਂ ਪਾਈ ਹੋਈ, ਉੱਥੇ ਬੇਇੱਜ਼ਤ ਕੀਤਾ ਗਿਆ। ਹਜੂਰ ਸਾਹਿਬ ਤੁਸੀਂ ਗਏ, ਉੱਥੇ ਤੂੰ ਮੈਂ ਵੀ ਹੋਈ, ਉੱਥੇ ਵੀ ਤੁਹਾਨੂੰ ਸਵਾਲ ਜਵਾਬ ਪੁੱਛੇ। ਅਜਿਹੀਆਂ ਗੱਲਾਂ ਨੇ ਜਿਹੜੀਆਂ ਉਹ ਸ਼ਾਇਦ ਤੁਹਾਡੇ ਤੇ ਭਾਰੂ ਪੈ ਗਈਆਂ ਨੇ, ਤੁਹਾਨੂੰ ਲੱਗਿਆ ਕਿ ਮੈਨੂੰ ਸਾਈਡ ਹੋ ਜਾਣਾ ਚਾਹੀਦਾ। ਇਸ ਗੱਲ 'ਚ ਸੱਚਾਈ ਹੈਗੀ? ਮੈਂ ਸਮਝਦਾ ਵਾਂ, ਦੇਖੋ ਮੈਂ ਹਮੇਸ਼ਾ ਇੱਕ ਫਾਈਟਰ ਰਿਹਾ ਵਾਂ, ਮੈਂ ਕਦੀ ਮੈਦਾਨ ਛੱਡ ਕੇ ਨਹੀਂ ਦੌੜਿਆ। ਮੇਰਾ ਖਿਆਲ ਹੈ ਕਿ ਜਿੰਨੇ ਹਮਲੇ ਮੇਰੇ ਤੇ ਮੇਰੇ ਪਰਿਵਾਰ ਤੇ ਹੋਏ ਨਾ, ਸ਼ਾਇਦ ਕਿਸੇ ਤੇ ਨਾ ਹੋਣ। ਮੇਰੇ ਫਾਦਰ ਦੀ ਅਸੈਸੀਨੇਸ਼ਨ ਹੋਈ, ਮੇਰੇ ਉੱਤੇ ਜਾਨਲੇਵਾ ਹਮਲੇ ਘੱਟੋ ਘੱਟ 5 ਹੋਏ ਨੇ, ਔਰ ਐਸੇ ਹੋਏ ਨੇ ਜਿਨ੍ਹਾਂ 'ਚ ਮੈਂ ਬੜੀ ਬੁਰੀ ਤਰ੍ਹਾਂ ਜ਼ਖਮੀ ਵੀ ਹੋਇਆ ਵਾਂ। ਤੇ ਮੈਂ ਕਦੀ ਮੈਦਾਨ ਛੋੜ ਕੇ ਨਹੀਂ ਭੱਜਿਆ ਤੇ ਨਾ ਮੈਂ ਅੱਜ ਭੱਜ ਰਿਹਾ ਵਾਂ। ਮੇਰੇ ਕੋਈ ਨਾ ਕੋਈ ਇਖਤਲਾਫ ਹੋ ਸਕਦੇ ਨੇ ਰਾਏ ਦੇ, ਲੇਕਿਨ ਉਹਦਾ ਇਹਦੇ ਨਾਲ ਕੋਈ ਤਾਲੁਕ ਨਹੀਂ ਹੈ। ਮੈਂ ਸਮਝਦਾ ਅੱਜ ਮੇਰੀ ਪਾਰਟੀ ਬੜੇ ਡੂੰਘੇ ਸੰਘਰਸ਼ ਦੇ ਵਿੱਚੋਂ ਗੁਜ਼ਰਦੀ ਪਈ ਹੈ। ਸਾਡੇ ਉੱਤੇ ਥੋਪ ਦਿੱਤੀ ਗਈ ਰਣਜੀਤ ਸਿੰਘ ਦੀ ਰਿਪੋਰਟ, ਜਿਹਦੇ ਵਿੱਚ ਕੋਈ ਲਾਈਨ ਸਾਡੀ ਪਾਰਟੀ ਦੇ ਖਿਲਾਫ ਨਹੀਂ, ਲੇਕਿਨ
ਮੈਂ ਸਮਝਦਾ ਕਿ ਜਿਸ ਤਰੀਕੇ ਨਾਲ ਸਾਨੂੰ ਹੈਂਡਲ ਕਰਨਾ ਚਾਹੀਦਾ ਸੀ, ਅਸੀਂ ਫੇਲ ਕਰ ਗਏ ਉਸ ਚੀਜ਼ ਨੂੰ ਹੈਂਡਲ ਕਰਨ ਵਾਸਤੇ। ਅੱਜ ਕਿਤੇ ਨਾ ਕਿਤੇ ਪਾਰਟੀ ਨੂੰ ਲੋੜ ਹੈ। ਦੇਖੋ ਇਹ ਜਿਹੜਾ ਫੈਸਲਾ ਹੋਇਆ ਹੁੰਦਾ ਕੀ ਹੈ, ਮੈਂ ਸਰੋਂ ਮਾਫੀ ਦੀ ਗੱਲ ਹੀ ਕਰ ਲੈਣਾ। ਜੇ ਮਾਫੀ ਇੰਟੈਂਸ਼ਨਲੀ ਦਿੱਤੀ ਹੈ ਅਸੀਂ ਪੰਥ ਨੂੰ ਧੋਖਾ ਦੇਣ ਵਾਸਤੇ ਦਿੱਤੀ ਹੈ, ਸਾਡੀ ਇੰਟੈਂਸ਼ਨ ਮਾੜੀ ਹੈ ਤੇ ਅਸੀਂ ਕਸੂਰਵਾਰ ਹਾਂ। ਲੇਕਿਨ ਮੈਂ ਸਮਝਦਾ ਜੇ ਕੁਝ ਬੰਦਿਆਂ ਨੇ ਉਹਦੇ ਵਿੱਚ ਰੋਲ ਪਲੇ ਕੀਤਾ, ਉਹਨਾਂ ਦਾ ਰੋਲ ਜਿਹੜਾ ਉਹ ਸਕੈਨਰ ਦੇ ਵਿੱਚ ਆ ਰਿਹਾ, ਕਈ ਜਗ੍ਹਾ ਤੋਂ ਆਵਾਜ਼ਾਂ ਵੀ ਉੱਠਦੀਆਂ ਨੇ। ਅਗਰ ਉਹ ਬੰਦਿਆਂ ਦਾ ਕਸੂਰ ਹੈ ਤਾਂ ਮੈਂ ਸਮਝਦਾ ਕਿ ਕੋਰ ਕਮੇਟੀ ਨੂੰ, ਪ੍ਰਧਾਨ ਸਾਹਿਬ, ਇਹਦੇ 'ਚ ਰੈਪੂਟੇਸ਼ਨ ਕਿਹਦੀ ਜਾ ਰਹੀ ਹੈ? ਪਾਰਟੀ ਦੀ ਜਾ ਰਹੀ ਹੈ, ਪ੍ਰਧਾਨ ਸਾਹਿਬ ਦੀ ਜਾ ਰਹੀ ਹੈ। ਮੈਂ ਸਮਝਦਾ ਕਿ ਐਸੇ ਲੋਕਾਂ ਤੋਂ ਵੀ ਸਾਨੂੰ ਸੁਚੇਤ ਰਹਿਣਾ ਚਾਹੀਦਾ। ਜਿਹੜੀ ਸੀਨੀਅਰ ਲੀਡਰਸ਼ਿਪ ਹੈ ਉਹ ਪਾਰਟੀ ਤੋਂ ਬਾਹਰ ਨਹੀਂ ਹੈ, ਉਹਨਾਂ ਨੇ ਇੰਨਾ ਸਮਾਂ ਕੰਮ ਕੀਤਾ। ਅੱਜ ਬਾਦਲ ਸਾਹਿਬ, ਵੱਡੇ ਬਾਦਲ ਸਾਹਿਬ ਬੈਠੇ ਨੇ। ਮੈਂ ਸਮਝਦਾ ਵਾਂ ਕਿ ਸੁਖਬੀਰ ਸਿੰਘ ਬਾਦਲ ਦੀ ਸਰਪ੍ਰਸਤੀ ਕਰਦੇ ਹੋਏ ਇਹ ਸਾਰੇ ਮਸਲੇ ਹੱਲ ਹੋ ਸਕਦੇ ਨੇ। ਮਤਲਬ ਇਹ ਗੱਲਾਂ ਤੁਹਾਨੂੰ ਅੱਜ ਕਿਉਂ ਯਾਦ ਆ ਰਹੀਆਂ? 3 ਸਾਲ ਪਹਿਲਾਂ ਮੈਨੂੰ ਤਾਂ ਪਹਿਲੇ ਵੀ ਯਾਦ ਅੱਜ ਜਦੋਂ ਪਾਰਟੀ ਸੰਕਟ 'ਚ ਹੈ ਨਾ, ਮੈਂ ਵਕਤ ਹੈ ਕਿ ਪਾਰਟੀ ਦੇ ਨਾਲ ਖੜਨ ਦਾ, ਪਰ ਤੁਹਾਡੀਆਂ ਸੁਰਾਂ ਅਲੱਗ ਨੇ। ਮੇਰੀ ਸੁਰ ਅਲੱਗ ਨਹੀਂ ਹੈ। ਮੈਂ ਇਹ ਗੱਲ ਕਿਉਂ ਨਹੀਂ ਗੱਲ ਕੀਤੀ? ਤੁਸੀਂ ਜਦੋਂ ਮਾਫੀ ਦਿੱਤੀ ਸੀ ਉਦੋਂ ਕਿਉਂ ਨਹੀਂ ਸਟੈਂਡ ਲਿਆ? ਉਦੋਂ ਕਿਉਂ ਨਹੀਂ ਪ੍ਰਧਾਨਗੀ ਛੱਡੀ ਕਿ ਤੁਸੀਂ ਮਾਫੀ ਦਿਵਾ ਰਹੇ ਹੋ? ਤਾਂ ਇਹ ਗਲਤ ਹੈ, ਮੈਂ ਪ੍ਰਧਾਨਗੀ ਛੱਡਦਾ। ਮੈਂ ਪ੍ਰਧਾਨਗੀ ਅੱਜ ਵੀ ਨਹੀਂ ਛੱਡੀ। ਨਹੀਂ, ਗੱਲ ਤਾਂ ਇਹ ਹੈ ਮੈਂ ਪ੍ਰਧਾਨਗੀ ਅੱਜ ਵੀ ਨਹੀਂ ਛੱਡੀ। ਮੈਂ ਸਮਝਦਾ ਪਾਰਟੀ ਫੋਰਮ ਦੇ ਇਸ਼ਾਰਾ ਤੁਸੀਂ ਅੱਜ ਦਿੱਤਾ ਹੈ, ਉਹ ਇਸ਼ਾਰਾ 3 ਸਾਲ ਪਹਿਲਾਂ ਵੀ ਦੇ ਸਕਦੇ ਸੀ। ਪਾਰਟੀ ਫੋਰਮ ਦੇ ਉੱਤੇ ਮੈਂ ਬੜੀ ਕਲੀਅਰਲੀ ਆਪਣੀ ਰਾਏ ਰੱਖੀ ਸੀਗੀ ਕਿ ਇਹ ਗਲਤ ਹੋ ਰਿਹਾ, ਇਹ ਸਿਸਟਮ ਠੀਕ ਨਹੀਂ ਹੈ। ਈਵਨ ਜੇ ਮੈਨੂੰ ਇਲੈਕਸ਼ਨਾਂ ਦੇ ਦੌਰਾਨ ਅਖਬਾਰਾਂ ਲੋਕੀ ਮੈਨੂੰ ਇਹ ਕਹਿੰਦੇ ਕਿ ਮਨਜੀਤ ਜਦੋਂ ਡੱਬੇ ਬੰਦ ਹੋ ਗਏ ਤੂੰ ਉਦੋਂ ਬੋਲਿਆ। 4 ਨੂੰ ਡੱਬੇ ਬੰਦ ਹੁੰਦੇ ਨੇ, ਮੈਂ ਉਸ ਤੋਂ 5 ਦਿਨ ਪਹਿਲੇ 31 ਤਰੀਕ ਨੂੰ ਬਠਿੰਡੇ ਪ੍ਰੈਸ ਕਾਨਫਰੰਸ ਕਰਕੇ ਆਪਣੀ ਰਾਏ ਦਿੰਦਾ ਵਾਂ। ਮੈਂ ਇਹ ਸਮਝਦਾ ਵਾਂ ਕਿ ਇਹ ਤੁਸੀਂ ਗੱਲ ਮੇਰੀ ਫਿਰ ਪੂਰੀ ਤਰ੍ਹਾਂ ਨਹੀਂ ਸਮਝੀ। ਜਦੋਂ ਪਾਰਟੀ ਚੜ੍ਹਦੀ ਕਲਾ 'ਚ ਹੋਵੇ ਨਾ, ਕਈ ਬੰਦੇ ਐਸੇ ਵਿੱਚ ਜੁੜਦੇ ਨੇ ਜਿਹੜੇ ਨਾਲ ਪ੍ਰਧਾਨ ਸਾਹਿਬ ਨੂੰ ਪਤਾ ਨਾ ਦੂਜਿਆਂ ਨੂੰ ਪਤਾ। ਲੇਕਿਨ ਜਦੋਂ ਅਸੀਂ ਐਸੇ ਖੱਡੇ 'ਚ ਫਸ ਜਾਂਦੇ ਹਾਂ ਜਿੱਥੋਂ ਗੱਡੀ ਕੱਢਣੀ ਔਖੀ ਹੋ ਜਾਵੇ, ਫਿਰ ਸਮਝ ਆਉਂਦੀ ਹੈ ਕਿ ਇੱਥੇ ਕੌਣ ਕੀ ਕਰ ਗਿਆ ਜਾਂ ਕਿਹੜੇ ਬੰਦਿਆਂ ਨੇ ਐਡਵਾਈਸ ਕੀਤੀ। ਮੈਂ ਸਮਝਦਾ ਇਹ ਸਾਰੀ ਚੀਜ਼ਾਂ ਨੂੰ ਪਾਰਟੀ ਦਾ ਅੱਜ ਸੰਗਿਆਨ ਲੈਣ ਦੀ ਜ਼ਰੂਰਤ ਹੈ। ਔਰ ਅਸੀਂ ਕਿਸੇ ਤਰੀਕੇ, ਇਹ ਪਾਰਟੀ ਨਹੀਂ ਖਤਮ ਹੋਣ ਵਾਲੀ। 99 ਸਾਲ ਪੁਰਾਣੀ ਪਾਰਟੀ ਹੈ, ਪਾਰਟੀ ਨੇ ਸਰਵਾਈਵ ਕਰਨਾ ਹੈ। ਔਰ ਮੈਂ ਸਮਝਦਾ ਕਿ ਅੱਜ ਦੀ ਲੀਡਰਸ਼ਿਪ ਕੈਪੇਬਲ ਹੈ, ਇਹਨੂੰ ਸਰਵਾਈਵ ਕਰਾ ਸਕਦੀ ਹੈ। ਸਿਰਫ ਕੁਝ ਨਾ ਕੁਝ ਫੈਸਲੇ ਬਦਲਣ ਦੀ ਲੋੜ ਹੈ। ਅੱਛਾ, ਤੁਹਾਨੂੰ ਵੀ ਇਹ ਲੱਗਦਾ ਕਿ ਤੁਸੀਂ ਜਾਂ ਤੁਹਾਡੀ ਪਾਰਟੀ ਟਰੈਪ 'ਚ ਫਸ ਗਈ ਹੈ? ਜਿਵੇਂ ਤੁਸੀਂ ਪਹਿਲਾਂ ਇਹ ਕਿਹਾ ਕਿ ਰਣਜੀਤ ਕਮਿਸ਼ਨ ਦੇ ਵਿੱਚ ਨਾ ਤੁਹਾਡੀ ਪਾਰਟੀ ਦਾ ਨਾਮ, ਨਾ ਤੁਹਾਡੇ ਪ੍ਰਧਾਨ ਦਾ ਨਾਮ, ਨਾ ਤੁਹਾਡੇ ਸਾਬਕਾ ਮੁੱਖ ਮੰਤਰੀ ਦਾ ਨਾਮ, ਫਿਰ ਵੀ ਐਲੀਗੇਸ਼ਨ, ਸਫਾਈਆਂ ਤੁਸੀਂ ਉਹ ਦੇ ਰਹੇ ਹੋ। ਇਹ ਕਿਉਂ? ਮਤਲਬ ਐਲੀਗੇਸ਼ਨ ਤੁਹਾਡੇ ਤੇ ਕਮਿਸ਼ਨ ਦੀ ਰਿਪੋਰਟ 'ਚ ਹੈ ਨਹੀਂ, ਉਹਦਾ ਕਾਰਨ ਸਫਾਈਆਂ ਤੁਸੀਂ ਦੇਈ ਜਾਂਦੇ ਹੋ। ਉਹਦਾ ਕਾਰਨ ਹੈ, ਦੇਖੋ, ਪਰਸੈਪਸ਼ਨ ਇਜ਼ ਆਲਵੇਜ਼ ਲਾਰਜਰ ਦੈਨ ਦੀ ਟਰੁੱਥ। ਜੋ ਤੁਸੀਂ ਕਹਿ ਰਹੇ ਹੋ ਮੈਂ ਵੀ ਉਹੀ ਕਹਿ ਰਿਹਾ ਕਿ ਸੱਚਾਈ ਨਹੀਂ ਹੈ, ਲੇਕਿਨ ਪਰਸੈਪਸ਼ਨ ਬਣ ਗਿਆ ਲੋਕਾਂ ਦਾ ਕਿ ਅਸੀਂ ਕਸੂਰਵਾਰ ਹਾਂ। ਉਹਦੇ 'ਚ ਇਹ ਵੀ ਗੱਲ ਹੈ ਕਿ ਅਸੀਂ ਪੰਥਕ ਪਾਰਟੀਆਂ, ਅਸੀਂ ਪੰਥਕ ਪਾਰਟੀ ਨੂੰ ਐਡਰੈਸ ਕਰਦੇ ਹਾਂ। ਪੰਥਕ ਪਾਰਟੀ ਕਿਤੇ ਨਾ ਕਿਤੇ ਮੈਂ ਇਹ ਸਮਝਦਾ ਵਾਂ ਕਿ ਲੋਕਾਂ ਨੂੰ ਸਾਡੇ ਤੋਂ ਉਮੀਦਾਂ ਸੀਗੀਆਂ। ਉਹ ਕਹਿੰਦੇ ਨੇ ਜੀ FIR ਜਿਹੜੀ ਹੈ ਇਹ ਅਣਪਛਾਤੇ ਬੰਦਿਆਂ ਤੇ FIR ਬਾਈ ਨੇਮ ਹੈ। DGP ਨੂੰ ਮਾਰਚਿੰਗ ਆਰਡਰ ਮਿਲ ਜਾਂਦੇ ਨੇ, SSP ਤੇ ਪਰਚਾ ਹੋ ਜਾਂਦਾ ਹੈ, ਲੇਕਿਨ ਲੋਕੀ ਸਮਝਣ ਨੂੰ ਤਿਆਰ ਨਹੀਂ। ਮੈਂ ਸਮਝਦਾ ਫਿਰ ਇੱਥੇ ਕਮੀ ਤਾਂ ਤੁਹਾਡੀ ਹੈ ਨਾ, ਲੋਕਾਂ ਨੂੰ ਤੁਸੀਂ ਨਹੀਂ ਸਮਝਾ ਪਾ ਰਹੇ ਨਾ। 100% ਸਾਡੀ ਕਮੀ ਹੈ। ਜਿੱਥੇ ਸਾਡੀ ਕਮੀ ਉਸੇ ਤੇ ਮੈਂ ਗੱਲ ਕਰ ਰਿਹਾ ਕਿ ਉਹ ਕਮੀ ਦੂਰ ਕਰਨ ਦੀ ਲੋੜ ਹੈ, ਲੋਕਾਂ ਦੀ ਪਰਸੈਪਸ਼ਨ ਕਲੀਅਰ ਕਰਨ ਦੀ ਲੋੜ ਹੈ। ਸ਼੍ਰੋਮਣੀ ਅਕਾਲੀ ਦਲ ਸਰਵਾਈਵ ਕਰੇਗਾ। ਠੀਕ ਹੈ, ਪ੍ਰਧਾਨਗੀ ਦਾ ਉਹਦਾ ਦੁਬਾਰਾ ਕਦੋਂ ਚਾਰਜ ਲੈ ਰਹੇ ਹੋ? ਮੈਂ ਜਦੋਂ ਆਪਣੇ ਟੂਰ ਤੋਂ ਬਾਹਰੋਂ ਆਵਾਂਗਾ ਮੈਂ ਉਦੋਂ ਆ ਕੇ ਲੈ ਲਾਂਗਾ। ਜਿਸ ਕਰਕੇ ਹੋਈ ਸੀ ਉਹ ਮਸਲਾ ਹੱਲ ਹੋਇਆ ਕਿ ਨਹੀਂ ਹੋਇਆ? ਨਹੀਂ, ਮਸਲੇ ਤਾਂ ਮੇਰੇ ਬਹੁਤ ਹੈਗੇ ਨੇ, ਕਈ ਹੱਲ ਹੁੰਦੇ ਨੇ, ਕਈ ਨਹੀਂ ਹੁੰਦੇ ਨੇ। ਉਹਦਾ ਉਸ ਤਾਲੁਕ, ਇਹਦੇ ਨਾਲ ਕੋਈ ਤਾਲੁਕ ਨਹੀਂ। ਸਰਨਾ ਸਾਹਿਬ ਕਹਿੰਦੇ ਨੇ ਕਿ ਮਨਜੀਤ ਸਿੰਘ ਜੀਕੇ ਪਾਰਟੀ ਤਾਂ ਛੱਡਣਾ ਚਾਹੁੰਦਾ ਪਰ ਪ੍ਰਧਾਨਗੀ ਪਾਰਟੀ ਛੱਡਣ ਨਹੀਂ ਦਿੰਦੀ। ਇਸ ਗੱਲ ਸੱਚਾਈ ਹੈਗੀ? ਜੇ ਮਨਜੀਤ ਸਿੰਘ ਜੀਕੇ ਪ੍ਰਧਾਨ ਨਾ ਹੁੰਦਾ ਤਾਂ ਕਦੋਂ ਦਾ ਅਲਵਿਦਾ ਕਹਿ ਦਿੱਤਾ ਹੁੰਦਾ ਪਾਰਟੀ? ਤੁਹਾਡੇ ਕੋਲ ਟਾਈਮ ਹੋਵੇ ਮੈਨੂੰ 2 ਮਿੰਟ ਲੱਗੇਗਾ। ਮੈਂ ਇੱਕ ਹਿਸਟੋਰੀਕਲ ਤੁਹਾਨੂੰ ਗੱਲ ਸੁਣਾਉਣਾ ਜੀ। ਸਰ ਪ੍ਰਹਲਾਦ ਸਿੰਘ ਚੰਡੋਕ ਪ੍ਰਧਾਨ ਸੀਗੇ। ਸਰ ਭਾਈ ਸਾਹਿਬ ਭਾਈ ਰਣਜੀਤ ਸਿੰਘ ਅਕਾਲ ਤਖਤ ਦੇ ਜਥੇਦਾਰ ਸੀ। ਸਰਨਾ ਸਾਹਿਬ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸੀਗੇ ਤੇ ਚੰਡੋਕ ਸਾਹਿਬ ਉਹਨਾਂ ਦੇ ਪ੍ਰਧਾਨ ਬਣਾਏ ਸੀਗੇ। ਮੈਨੂੰ ਬੁਲਾਇਆ ਜਾਂਦਾ, ਉਹਦੇ ਸਾਰ ਅਵਤਾਰ ਸਿੰਘ ਆਟੋਪਿੰਸ ਬੈਠੇ ਸੀ, ਇਹ ਦੋਵੇਂ ਸ਼ਖਸੀਅਤਾਂ ਬੈਠੀਆਂ ਸੀ, ਇੱਕ ਹੋਰ 2-4 ਮੈਂਬਰ ਜਿਹੜੇ ਮੇਨ ਉਹਨਾਂ ਦੇ ਸੀ ਉਹ ਬੈਠੇ ਸੀ। ਮੈਨੂੰ ਆਖਿਆ ਜਾਂਦਾ ਹੈ ਕਿ ਤੂੰ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦਾ ਇੱਕ ਇਕੱਠ ਬਣਾ ਦੇ, ਬੁਲਾ ਦੇ, ਤੂੰ 2-2.5 ਹਜ਼ਾਰ ਬੰਦਾ ਇਕੱਠਾ ਕਰ ਸਕਦਾ ਔਰ ਤੂੰ ਬੁਲਾ ਕੇ ਸਰਨੇ ਨੂੰ ਪ੍ਰਧਾਨਗੀ ਲਾ ਦੇ। ਚੰਡੋਕ ਸਾਹਿਬ ਕਹਿੰਦੇ ਮੈਂ ਪ੍ਰਧਾਨ ਹੈਗਾ ਵਾਂ ਦਿੱਲੀ ਗੁਰਦੁਆਰਾ ਕਮੇਟੀ ਦਾ, ਸਿੰਘ ਸਾਹਿਬ ਕਹਿੰਦੇ ਮੈਂ ਹੈਗਾ ਵਾਂ ਅਕਾਲ ਤਖਤ ਦਾ, ਸਿੰਘ ਸਾਹਿਬ ਹੈਗੇ ਆ ਔਰ ਅਸੀਂ ਤੈਨੂੰ ਮਾਨਤਾ ਦਿੰਦੇ ਹਾਂ, ਅਕਾਲੀ ਦਲ ਤੇਰਾ ਪ੍ਰਮਾਣਿਤ ਹੋ ਜਾਏਗਾ, ਸਰਨਾ ਬਾਹਰ ਹੋ ਜਾਏਗਾ। ਮੈਂ ਇੱਕੋ ਗੱਲ ਕਹੀ ਕਿ ਜਦੋਂ ਕੋਈ ਗੁਰਦੁਆਰੇ ਮੱਥਾ ਟੇਕਣ ਜਾਏ ਨਾ ਤੇ ਕੋਈ ਜੋੜੇ ਬਾਹਰ ਲਾ ਕੇ ਜਾਏ ਤਾਂ ਉਹਦੀ ਕੋਈ ਜੁੱਤੀ ਚੁੱਕ ਕੇ ਲੈ ਜਾਵੇ ਤੇ ਉਹਨੂੰ ਜੁੱਤੀ ਚੋਰ ਕਹਿੰਦੇ। ਮਨਜੀਤ ਸਿੰਘ ਜੁੱਤੀ ਚੋਰ ਨਹੀਂ। ਜਦੋਂ ਸਰਨੇ ਨੂੰ ਲਾਵੇਗਾ ਆਪਣੇ ਦਮ ਤੇ ਲਾਵਾਂਗਾ। ਤੁਹਾਡੇ ਸਾਹਮਣੇ 1 ਵਾਰੀ ਨਹੀਂ 2 ਵਾਰੀ ਲਾਇਆ। ਮੇਰੀ ਪਾਰਟੀ ਮੇਰੇ ਨਾਲ ਪਿੱਛੇ ਖੜੀ ਹੋਈ ਹੈ। ਮੈਂ ਆਪਣਾ ਸ਼ਿਕਾਰ ਆਪ ਮਾਰਨਾ ਜਾਣਦਾ ਵਾਂ। ਮੈਨੂੰ ਨਹੀਂ ਲੋੜ
ਧੱਕੇ ਨਾਲ ਬਹਿਣ ਦੀ ਜਾਂ ਜਿੱਥੇ ਮੈਨੂੰ ਕੋਈ ਘੁੱਟਣ ਹੋਵੇ ਬਹਿਣ ਦੀ, ਹਾਂ ਮੈਨੂੰ ਜਿਸ ਦਿਨ ਘੁੱਟਣ ਹੋਏਗੀ ਮੈਂ 1 ਮਿੰਟ ਵੀ ਇੱਥੇ ਨਹੀਂ ਰਵਾਂਗਾ। ਠੀਕ ਹੈ, ਚਲੋ ਦਿੱਲੀ ਦੀ ਥੋੜੀ ਜੀ ਗੱਲ ਕਰ ਲਈਏ। ਜਿੰਨੀਆਂ ਵੀ ਤੁਸੀਂ ਤੁਹਾਡੇ ਅਧੀਨ ਆਰਗੇਨਾਈਜੇਸ਼ਨ ਚਲਦੀਆਂ ਨੇ, ਭਾਵੇਂ ਉਹ GHPS ਦੀ ਚੇਨ ਹੋਵੇ ਜਾਂ ਗੁਰਦੁਆਰਾ ਸਾਹਿਬਾਨਾਂ ਦੀ ਕਾਰ ਸੇਵਾ ਦੀ ਗੱਲ ਹੋਵੇ, ਵਿਵਾਦਾਂ 'ਚ ਫਸੀ ਹੋਈ ਹੈ ਪੂਰੀ ਤਰ੍ਹਾਂ। ਕਿਹਾ ਜਾਂਦਾ ਹੈ ਕਿ GHPS ਦੇ ਟੀਚਰਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ, ਸਕੂਲਾਂ ਦਾ ਬੁਰਾ ਹਾਲ ਹੈ, ਇਮਾਰਤਾਂ ਖੰਡਰ ਬਣ ਰਹੀਆਂ ਨੇ। ਜਿਹੜਾ ਕਦੇ ਲੋਕੀ ਤਰਸਦੇ ਸੀ GHPS ਦੇ ਵਿੱਚ ਐਡਮਿਸ਼ਨ ਲੈਣ ਨੂੰ, ਉੱਥੇ ਹੁਣ ਬੱਚੇ ਹੀ ਨਹੀਂ ਆਉਂਦੇ। ਮੈਂ ਸਮਝਦਾ ਵਾਂ ਕਿ ਜਿਹੜੇ ਗਿਣਤੀ ਦਾ ਮੈਨੂੰ ਸਕੂਲ ਬੱਚਿਆਂ ਦੀ ਦਿੱਤੀ ਗਈ ਸੀ, ਅੱਜ ਮੇਰੀ ਗਿਣਤੀ ਉਸ ਤੋਂ ਉੱਚੇ ਹੈ। ਮੈਂ ਸਮਝਦਾ ਵੀ ਤਾਂ ਤੁਸੀਂ ਉਹ ਰੱਖਣਾ ਨਾ, ਵਧਾਣਾ ਤਾਂ ਬੜੀ ਚੰਗੀ ਗੱਲ ਹੈ, ਮੇਨਟੇਨ ਵੀ ਤਾਂ ਕਰਨਾ ਪਏਗਾ। ਸਾਰਾ ਕੁਝ ਦੱਸ ਰਿਹਾ ਤੁਹਾਨੂੰ। ਮੇਰੇ ਤੇ ਪੌਣੇ 200 ਕਰੋੜ ਦੀ ਲਾਇਬਿਲਟੀ ਸਰਨਾ ਸਾਹਿਬ ਛੱਡ ਕੇ ਗਏ ਸੀ। 450 ਬੰਦਾ ਅੱਜ ਵੀ ਹੋਰ ਏਮਪਲੋਇਡ ਹੈ, ਮੇਰੇ ਕੋਲ ਪੈਸੇ ਨਹੀਂ। ਯਾਰ 1 ਮਿੰਟ ਮੇਰੀ ਸੁਣ ਤਾਂ ਲਓ ਨਾ, ਸੁਣ ਤਾਂ ਲਓ। ਲਾਇਬਿਲਟੀ ਕਿੱਥੋਂ ਲਾਣੀ ਹੈ? ਨਹੀਂ ਐਸੈਟ ਕੀ ਹੈ? ਐਸੈਟ ਉਹਨਾਂ ਨੇ ਕੀ ਦਿੱਤਾ? ਮੈਂ ਕਿਸੇ ਚੀਜ਼ ਨੂੰ ਵੇਚ ਨਹੀਂ ਸਕਦਾ। ਅੱਜ ਤੁਸੀਂ ਕਮੇਟੀ ਛੱਡ ਕੇ ਜਾਓਗੇ, ਤੁਸੀਂ ਕੀ ਲਾਇਬਿਲਿਟੀਜ਼ ਆਪਣੇ ਨਾਲ ਲੈ ਕੇ ਜਾਓਗੇ? ਨੋ ਸਰ, ਛੱਡ ਕੇ ਜਾਓਗੇ। ਨਹੀਂ ਜੀ, ਮੈਨੂੰ ਇੱਕ ਗੱਲ ਦੱਸੋ, ਪੌਣੇ 200 ਕਰੋੜ ਦੀ ਲਾਇਬਿਲਿਟੀ ਨੂੰ 45 ਕਰੋੜ ਨਾਲ ਮੈਂ 43 ਕਰੋੜ ਨਾਲ ਕਿੱਦਾਂ ਮੈਚ ਕਰਾ ਸਕਦਾ ਸੀ? ਲੇਕਿਨ ਫਿਰ ਵੀ ਮੈਂ 115 ਕਰੋੜ ਰੁਪਏ ਦੇ ਚੁੱਕਾ ਵਾਂ। ਜਿਹੜਾ ਟੀਚਰ ਉਸ ਵੇਲੇ 27,000 ਤਨਖਾਹ ਲੈਂਦਾ ਸੀ, 54 ਤੇ 56,000 ਰੁਪਏ ਤਨਖਾਹ ਲੈ ਰਿਹਾ, ਔਰ ਉਹਦਾ ਮੈਂ ਕਿੰਨਾ ਬੈਕਲੌਗ ਦੇ ਚੁੱਕਾ ਵਾਂ। ਲੇਕਿਨ ਇਸ ਨੂੰ ਮੈਂ ਮੈਚ ਕਿੱਦਾਂ ਕਰਾ ਸਕਦਾ? ਇੱਕ ਸਕੂਲ ਜਿਹੜਾ ਮੈਂ ਆਪ ਚਲਾਨਾ ਵਾ, ਗ੍ਰੇਟਰ ਕੈਲਾਸ਼ ਗੁਰਦੁਆਰੇ 'ਚ ਹੈਗਾ ਸਾਡਾ ਸਕੂਲ, ਜਿਹਦੇ 'ਚ ਮੈਂ ਮੈਂਬਰ ਹੈਗਾ ਵਾ, ਮਾਤਾ ਗੁਜਰੀ ਸਕੂਲ। ਉਹਦੇ 'ਚ ਵੀ 2200 ਬੱਚਾ ਪੜ੍ਹਦਾ ਤੇ ਮੇਰੇ ਕੋਲ 6 ਐਡਮਿਨ ਸਟਾਫ ਹੈ। ਉਹਦੇ ਨਾਲ ਹੀ ਮੇਰਾ ਇੱਕ ਹੋਰ ਸਕੂਲ ਹੈ ਉਸੇ ਜਗ੍ਹਾ ਦੇ ਉੱਤੇ, ਜਿਹੜਾ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦਿੱਲੀ ਕਮੇਟੀ ਦਾ, ਉਹਦੇ 'ਚ ਵੀ ਇੰਨਾ ਬੱਚਾ ਹੈ, ਲੇਕਿਨ ਉੱਥੇ 46 ਜਾਂ 48 ਮੇਰੇ ਕੋਲ ਐਡਮਿਨ ਸਟਾਫ ਹੈ। ਮੈਂ ਕਿੱਥੋਂ ਮੈਚ ਕਰ ਲਾਂਗਾ? 13 ਸਕੂਲਾਂ ਨੂੰ ਮਲਟੀਪਲਾਈ ਕਰ ਲਓ ਨਾ। ਅੱਜ ਮੈਂ ਆਇਆ ਇੱਥੇ ਬਾਬਾ ਆਪਣੇ ਬਲਬੀਰ ਸਿੰਘ ਜੀ ਹੋਰਾਂ ਦੀ ਸ਼ਾਦੀ ਹੈ, ਉਹਨਾਂ ਦੇ ਬੱਚੇ ਦੀ, ਮੈਂ ਉੱਥੇ ਆਇਆ। ਇੱਥੇ ਮੈਨੂੰ ਆਪਣੇ ਸਕੂਲ ਦੇ ਵਿੱਚ ਪਟਿਆਲੇ ਬਾਬਾ ਬੁੱਢਾ ਦਲ ਦਾ ਜਿਹੜਾ ਸਕੂਲ ਹੈ, ਉੱਥੇ 4400 ਬੱਚਾ ਪੜ੍ਹਦਾ। ਮੈਨੂੰ ਉਹਨੇ ਚੀਫ ਗੈਸਟ ਬਣਾਇਆ। ਮੈਂ ਉਹਨਾਂ ਨੂੰ ਪੁੱਛ ਲਿਆ ਜੀ ਤੁਹਾਡਾ ਐਡਮਿਨ ਸਟਾਫ ਕਿੰਨਾ? ਕਹਿੰਦਾ 9। ਮੇਰੇ ਕੋਲ ਇੱਕ ਲੋਨੀ ਰੋਡ ਸਕੂਲ ਹੈ, ਮੇਰੇ ਕੋਲ 4000 ਬੱਚਾ ਪੜ੍ਹਦਾ, ਉੱਥੇ ਐਡਮਿਨ ਸਟਾਫ 74। ਮੈਂ ਕਿੱਥੋਂ ਮੈਚ ਕਰਾ ਲਾਂਗਾ? ਮੈਂ ਕੋਈ ਚੀਜ਼ ਨਹੀਂ ਵੇਚ ਸਕਦਾ। ਮੈਨੂੰ ਜਦ ਤੱਕ ਕਰੋਗੇ ਕੀ ਹੱਲ ਤਾਂ ਕਰਨਾ ਪਊਗਾ। ਅਲਟੀਮੇਟਲੀ ਤੁਸੀਂ ਨੌਕਰੀਆਂ ਤੋਂ ਕੱਢੋਗੇ ਫਿਰ 100% ਕੱਢੇ ਪੈਣਗੇ। ਜਿਹੜਾ ਫालतू ਸਟਾਫ ਪੜਿਆ ਇੱਥੇ, ਇਹ ਜਿਹੜਾ ਫालतू ਸਟਾਫ ਹੈਗਾ, ਉਹ ਜਦ ਤੱਕ ਨਹੀਂ ਨਿਕਲੇਗਾ। ਅਗਲੀ ਗੱਲ, ਤੁਸੀਂ ਜਦੋਂ ਤੁਸੀਂ ਕਿਹੜਾ ਸਟਾਫ ਨਹੀਂ ਭਰਤੀ ਕੀਤਾ? ਇੱਕ ਬੰਦਾ ਦੱਸ ਦਿਓ। ਸਾਡੇ ਪਿਛਲੇ 6 ਸਾਲਾਂ 'ਚ, ਇਹਨਾਂ ਦੇ 6 ਸਾਲਾਂ ਦੇ ਵਿੱਚ ਇਹਨਾਂ ਨੇ 300 ਬੰਦਾ ਰੱਖਿਆ ਜੀ। ਅਖੀਰਲੇ 6 ਸਾਲਾਂ 'ਚ, ਮੇਰੇ 6 ਸਾਲਾਂ 'ਚ ਸਿਰਫ 32 ਬੰਦੇ ਆਏ ਨੇ। ਉਹ ਕੌਣ ਆਏ ਨੇ? ਜੇ ਕਿਸੇ ਦੀ ਡਿਊਟੀ ਤੇ ਡੈਥ ਹੋ ਗਈ ਹੈ, ਉਸ ਨੂੰ ਕੰਪਨਸੇਟਰੀ ਦੇਣਾ ਹੋਵੇ, ਜਾਂ ਇਹ ਜਿਹੜੇ ਰੱਖ ਕੇ ਚਲੇ ਗਏ ਸੀ ਕਿਉਂਕਿ ਉਹਨਾਂ ਦਾ ਜਿਹੜਾ ਹੁੰਦਾ ਟੈਨਿਓਰ, ਪ੍ਰੋਬੇਸ਼ਨ ਪੀਰੀਅਡ ਖਤਮ ਹੋ ਚੁੱਕਾ ਸੀ, ਅਸੀਂ ਕੱਢ ਨਹੀਂ ਸਕਦੇ ਸੀ, ਉਹ ਮੈਨੂੰ ਰੱਖਣੇ ਪਏ ਨੇ। ਜੇ ਇਲੈਕਸ਼ਨਾਂ ਮੈਂ ਨੌਕਰੀਆਂ ਦੇ ਕੇ ਜਿੱਤਣੀਆਂ ਹੁੰਦੀਆਂ ਤੇ ਫਿਰ ਤਾਂ ਮੈਨੂੰ ਵੀ ਦੇਣੀਆਂ ਚਾਹੀਦੀਆਂ ਸੀ, ਔਰ ਮੈਂ ਚੈਲੰਜ ਕਰਦਾ ਕੋਈ ਮੈਨੂੰ ਇਸ ਗੱਲ ਦੇ ਉੱਤੇ ਦੇਖ ਲਓ। ਦੂਜੀ ਗੱਲ ਇਹ ਹੈ, ਜਿਸ ਦਿਨ ਮੈਂ ਸਕੂਲ ਦਾ ਚਾਰਜ ਲੈਣਾ, ਉਸ ਦਿਨ ਮੇਰੇ ਸਕੂਲਾਂ ਦਾ ਰਿਜ਼ਲਟ ਸਾਰਿਆਂ ਦਾ ਐਵਰੇਜ 80% ਸੀ, ਅੱਜ 88% ਹੈ। ਇਹ ਜਿਹੜੇ ਕਰਪਸ਼ਨ ਦੀ ਗੱਲਾਂ ਕਰਦੇ ਨੇ, ਜਿਹੜੇ ਹਸਪੀਟਲ ਵੇਚ ਜਾਣ, ਜਿਹੜੇ ਮਿੱਟੀ ਕੱਢ ਕੇ ਵੇਚ ਜਾਣ, ਨੌਵੇਂ ਪਾਤਸ਼ਾਹ ਦੇ ਸਥਾਨ ਦੀ, ਆਪਣੇ ਰਕਾਬਗੰਜ ਸਾਹਿਬ ਦੀ, ਜਾਂ ਜਿਨ੍ਹਾਂ ਦੇ ਏਡੇ ਏਡੇ ਵੱਡੇ ਘੁਟਾਲੇ ਨੇ, ਮੈਂ ਸਮਝਦਾ ਇਹਨਾਂ ਦੀ ਗੱਲਾਂ ਦੇ ਉੱਤੇ ਜੇ ਸੰਗਤ ਨੇ, ਸਭ ਤੋਂ ਵੱਡੀ ਕਚਹਿਰੀ ਕੀ ਹੈ ਜੀ? ਸਭ ਤੋਂ ਵੱਡੀ ਕਚਹਿਰੀ ਸੰਗਤ ਹੈ। ਸਭ ਤੋਂ ਵੱਡੀ ਕਚਹਿਰੀ ਇਲੈਕਸ਼ਨਾਂ ਨੇ। ਮੈਂ ਤੁਹਾਡੇ ਸਾਹਮਣੇ 2 ਇਲੈਕਸ਼ਨਾਂ ਜਿੱਤ ਕੇ ਆਇਆ। ਅੱਜ ਵੀ ਜਿੱਥੇ ਮਰਜ਼ੀ ਇਲੈਕਸ਼ਨ ਚਾਹਣ ਕਰਾ ਲੈਣ, ਇਹ ਇਹਨਾਂ ਦੀ ਸਰਕਾਰ 'ਚ ਬਣਦੀ ਹੈ। ਕੇਜਰੀਵਾਲ ਨੂੰ ਕਹਿ ਕੇ ਡਿਸੋਲਵ ਕਰ ਦੇਣ। ਮੈਂ ਵੀ ਇਲੈਕਸ਼ਨ ਤੁਹਾਡੀਆਂ ਦੋਵੇਂ ਕਵਰ ਕੀਤੀਆਂ। ਤੁਹਾਡਾ ਸਭ ਤੋਂ ਵੱਡਾ ਨਾਰਾ ਬਾਲਾ ਸਾਹਿਬ ਗੁਰਦੁਆਰਾ ਸਾਹਿਬ ਦੇ ਅੰਦਰ ਜਿਹੜਾ ਹਸਪੀਟਲ ਸੀਗਾ, ਉਹ ਹਲੇ ਵੀ ਖੰਡਰ ਦਾ ਖੰਡਰ ਬਣਿਆ ਹੋਇਆ। ਮਤਲਬ 6 ਸਾਲਾਂ 'ਚ ਤੁਸੀਂ ਵੀ ਇੱਕ ਡੱਕਾ ਨਹੀਂ ਤੋੜ ਪਾਏ ਉੱਥੇ। ਦੇਖੋ 6 ਸਾਲਾਂ 'ਚ ਪਹਿਲੀ ਗੱਲ ਸਾਨੂੰ 4 ਸਾਲ ਲੱਗੇ ਉਹ ਹਸਪੀਟਲ ਵਾਪਸ ਲੈਣ ਨੂੰ। ਉਸ ਹਸਪੀਟਲ ਦੇ ਵਿੱਚ ਆਫੀਸ਼ੀਅਲੀ ਇਹਨਾਂ ਨੇ ਕੀ ਲਿਆ ਉਹ ਤਾਂ ਮੈਨੂੰ ਪਤਾ ਸੀ, ਨਾਨ ਆਫੀਸ਼ੀਅਲ ਦਾ ਨਹੀਂ ਪਤਾ। ਉਹਨੂੰ 14 ਕਰੋੜ 14.5 ਕਰੋੜ ਰੁਪਏ ਕੋਰਟ 'ਚ ਦੇਣਾ ਪਿਆ। ਸਾਡੇ ਕੋਲ 6 ਕਰੋੜ ਰੁਪਏ ਉਹ ਵੀ ਇਹਨਾਂ ਦੇ ਅਕਾਊਂਟ 'ਚ ਅਸੀਂ ਕੋਰਟ 'ਚੋਂ ਮੰਗਵਾਇਆ। 6 ਕਰੋੜ ਇਹਨਾਂ ਨੇ ਦਿੱਤਾ, ਬਾਕੀ ਪੈਸੇ ਅਸੀਂ ਦਿੱਤੇ। ਜਿੱਥੇ ਸਾਡੇ ਸਕੂਲਾਂ ਦਾ ਘਾਟਾ ਮੈਂ ਕਰੋੜਾਂ ਰੁਪਏ, ਅੱਜ ਗੁਰਦੁਆਰਾ ਕਮੇਟੀ ਘਾਟੇ 'ਚ ਨਹੀਂ ਹੈ। ਗੁਰਦੁਆਰਾ ਕਮੇਟੀ ਠੀਕ ਹੈ, ਗੁਰਦੁਆਰਾ ਕਮੇਟੀ 'ਚੋਂ ਪੈਸੇ ਐਜੂਕੇਸ਼ਨ 'ਚ ਦੇ ਰਿਹਾ, ਲੇਕਿਨ ਇੰਨੇ ਪੈਸੇ ਨਹੀਂ ਹੈ ਕਿ ਮੈਂ ਦੇ ਸਕਾਂ। ਹਸਪੀਟਲ ਬਣਾਉਣ ਲਈ ਮੈਨੂੰ ਪੈਸੇ ਚਾਹੀਦੇ ਨੇ। ਮੈਂ ਫਿਰ ਵੀ ਹਸਪੀਟਲ ਦਾ ਕੰਮ ਸ਼ੁਰੂ ਕਰਤਾ। ਪਹਿਲਾ ਫੇਸ ਮੈਂ 100 ਬੈੱਡ ਦਾ ਸ਼ੁਰੂ ਕਰ ਚੁੱਕਾ ਹੋਇਆ ਜਦੋਂ ਮੈਂ ਤੁਹਾਡੇ ਨਾਲ ਗੱਲ ਕਰਦਾ ਪਿਆ ਵਾਂ। ਲੇਕਿਨ ਪੈਸੇ ਦਾ ਕੰਮ ਤੇ ਪੈਸੇ ਨਾਲ ਹੋਣਾ ਨਾ। ਪੈਸੇ ਤੇ ਇਹਨਾਂ ਨੇ ਐਸੀ ਹਾਲਾਤ ਬਣਾ ਦਿੱਤੇ ਨੇ ਕਿ ਸਾਨੂੰ ਆਪਣੇ ਸਕੂਲ ਸਰਵਾਈਵ ਕਰਾਉਣ ਵਾਸਤੇ ਕੰਮ ਕਰਨਾ ਪੈ ਰਿਹਾ। ਉਹ ਕੰਮ ਮੈਨੂੰ ਲੱਗਦਾ ਕਿ ਅਗਲੇ ਸਾਲ ਡੇਟ ਦੇ ਬਾਅਦ ਜਦੋਂ ਤੁਸੀਂ ਕਿਤੇ ਇੱਦਾਂ ਗੋਲ ਮੇਜ਼ ਤੇ ਮੈਨੂੰ ਬਿਠਾਓਗੇ ਤੇ ਮੈਂ ਉਹ ਵਾਲੇ, ਕਿਉਂਕਿ ਅਸੀਂ ਕਿੰਨੇ ਮੁਸ਼ਕਿਲ ਕੰਮ ਹੱਲ ਕੀਤੇ ਨੇ, ਇਹ ਮੈਨੂੰ ਦੱਸਣ ਦੀ ਲੋੜ ਨਹੀਂ, ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ, ਸੰਗਤ ਚੰਗੀ ਤਰ੍ਹਾਂ ਜਾਣਦੀ। ਲੇਕਿਨ ਇਹ 2 ਮਸਲੇ ਨੇ ਮੇਰੇ ਅੱਜ ਵੀ, ਹਸਪੀਟਲ ਐਂਡ ਮਾਈ ਸਕੂਲਸ। ਇਹ ਸਕੂਲ ਮੇਰੇ ਪਿਤਾ ਇਹਦੇ ਫਾਊਂਡਰ ਸੀਗੇ, ਮੈਂ ਪਹਿਲਾ ਸਟੂਡੈਂਟ ਸੀਗਾ। ਮੈਂ ਸਮਝਦਾ ਮੇਰੇ ਦਿਲ ਦੇ ਨਜ਼ਦੀਕ ਹੈ ਔਰ ਇਸ ਦੇ ਮਸਲੇ। ਇੱਕ ਆਖਰੀ ਸਵਾਲ ਇਹ ਥੋੜਾ ਜਿਹਾ ਹੁਣ ਲਾਸਟ ਦੇ ਵਿੱਚ ਕਲੀਅਰ ਕਰਕੇ ਜਾਓ ਕਿ ਜਿਹੜਾ ਹਰਮੀਤ ਕਾਲਕਾ ਨੂੰ ਤੁਸੀਂ ਚਾਰਜ ਦਿੱਤਾ ਸੀਗਾ, ਉਹ ਸਿਰਫ ਇਸ ਕਰਕੇ ਦਿੱਤਾ ਸੀਗਾ ਕਿ ਤੁਹਾਡੀ ਮਸ਼ਰੂਫੀਅਤ ਬਹੁਤ ਸੀ,
ਜਾਂ ਫਿਰ ਇਹ ਮੰਨ ਕੇ ਚੱਲੀਏ ਕਿ ਵਾਕਈ ਪਾਰਟੀ ਨਾਲ ਕੁਝ ਡਿਫਰੈਂਸਸ ਸੀਗੇ ਜਿਹਦੇ ਤੌਰ ਤੇ ਤੁਸੀਂ ਇਹ ਸਿੰਬੋਲਿਕ ਅਸਤੀਫਾ ਦਿੱਤਾ ਸੀਗਾ ਕਿ ਪਾਰਟੀ ਤੁਹਾਡੀ ਗੱਲ ਸੁਣੇ, ਪਾਰਟੀ ਤੁਹਾਡੀਆਂ ਗੱਲਾਂ ਮੰਨੇ, ਤਾਂ ਤੁਸੀਂ ਜਾ ਕੇ ਦੁਬਾਰਾ ਚਾਰਜ ਲਓ? ਮੈਂ ਇਹ ਗੱਲ ਬਿਲਕੁਲ ਕਲੀਅਰ ਕਰ ਚੁੱਕਾ ਵਾਂ। ਦੂਜੀ ਗੱਲ, ਤੁਸੀਂ ਪਟਨਾ ਦੀ ਨੰਦੇੜ ਸਾਹਿਬ ਦੀ ਗੱਲ ਕੀਤੀ ਕਿ ਮੈਂ ਬੀਬਾ ਜੀ ਅਸੀਂ ਉੱਥੇ ਗਏ ਸੀਗੇ ਤੇ ਉੱਥੇ ਸਾਨੂੰ ਰੋਸ ਝੇਲਣਾ ਪਿਆ। ਮੈਂ ਹੈਰਾਨ ਆ ਕਿ ਸੋਸ਼ਲ ਮੀਡੀਆ ਤੇ ਕਿਹੋ ਜਿਹੀ ਗੱਲ ਉੱਠਦੀ ਹੈ। ਬੀਬਾ ਦੇ ਨਾਲ ਮੈਂ ਜਾਣਾ ਵਾ, ਬੱਚੇ ਆਂਦੇ ਨੇ ਕੁਛ ਨਾ ਸਵਾਲ ਕੀਤੇ ਨੇ ਕਿ ਉੱਥੇ ਜਿਹੜੀ ਮਹਾਰਾਸ਼ਟਰ ਗਵਰਨਮੈਂਟ ਆ, ਉਹ ਪੁਰਾਣੀ ਜਿਹੜੀ 16-17 ਦੀ ਕਮੇਟੀ ਨੂੰ ਛੇੜ ਕੇ 6 ਬੰਦੇ ਹੋਰ ਪਾਉਣਾ ਚਾਹੁੰਦੇ, ਉਹਦੀ ਗੱਲ ਕਰਦੇ ਨੇ। ਫਿਰ ਉਹ ਪੁੱਛਦੇ ਨੇ ਅਸੀਂ ਬਾਹਰ ਰਹਿੰਦੇ ਆ ਪੰਜਾਬ ਤੋਂ, ਬਰਗਾੜੀ ਬਾਰੇ ਸਾਨੂੰ ਬੜੀਆਂ ਕੁਛ ਆਉਂਦੀਆਂ ਨੇ, ਉਹਦਾ ਜਵਾਬ ਸਾਨੂੰ ਦਿੱਤਾ ਜਾਵੇ। ਬੀਬਾ ਜੀ ਨੇ ਉਹਦਾ ਵੀ ਜਵਾਬ ਦੇ ਦਿੱਤਾ। ਮਤਲਬ ਉੱਥੇ ਕੋਈ ਰੋਸ ਜਾਂ ਇੱਦਾਂ ਦੀ ਕੋਈ ਗੱਲ ਨਹੀਂ ਸੀ? ਨਹੀਂ, ਸੁਣੋ, ਇਹ ਆਖਿਆ ਗਿਆ ਕਿ ਬੀਬਾ ਨੂੰ ਉੱਥੇ ਸਰੋਪਾ ਨਹੀਂ ਦਿੱਤਾ ਗਿਆ। ਬੀਬਾ ਨੂੰ ਉੱਥੇ ਬਹੁਤ ਵਿਰੋਧ ਦਾ ਅਸੀਂ ਜਦੋਂ ਉਤਰਦੇ ਆ ਏਅਰਪੋਰਟ ਦੇ ਉੱਤੇ, ਉੱਥੋਂ ਦੇ ਜਿਹੜੇ ਚੀਫ ਨੇ ਡੀਪੀ ਸਿੰਘ ਜੀ ਸ਼ਾਇਦ, ਉਹ ਰਿਸੀਵ ਕਰਨ ਆਉਂਦੇ ਨੇ ਬੁੱਕੇ ਲੈ ਕੇ। ਬੀਬਾ ਦੀ ਮਿਨਿਸਟਰੀ ਨੇ ਤੇ ਆਉਣਾ ਸੀ, ਲੋਕਲ ਸੰਗਤ ਨੇ, ਯੂਥ ਨੇ ਆਉਣਾ ਹੀ ਆਉਣਾ ਸੀਗਾ। ਜਦੋਂ ਅਸੀਂ ਇੱਥੇ ਆਉਂਦੇ ਹਾਂ ਤੇ ਜਿਹੜੇ ਸਿੰਘ ਸਾਹਿਬ ਨੇ, ਗਿਆਨੀ ਕੁਲਵੰਤ ਸਿੰਘ ਜੀ, ਉਹ ਖਾਲੀ ਸਰੋਪਾ ਨਹੀਂ ਦਿੰਦੇ, ਅਰਦਾਸ ਕਰਕੇ ਸਰੋਪਾ ਬੀਬਾ ਨੂੰ ਵੀ ਦਿੰਦੇ ਆ, ਮਨੂੰ ਵੀ ਦਿੰਦੇ ਆ, ਸਰਸੇ ਨੂੰ, ਹੋਰ ਜਿਹੜੇ ਬੰਦੇ ਸੀ ਨਾਲ ਸੀ ਸਾਰਿਆਂ ਨੂੰ ਦਿੰਦੇ ਆ। ਮੈਂ ਸਮਝਦਾ ਕਿ ਸੋਸ਼ਲ ਮੀਡੀਆ ਤੇ ਅੱਜ ਅਫਵਾਹਾਂ ਦਾ ਯੁੱਗ ਹੈ। ਜਿਵੇਂ ਮੇਰਾ ਅਸਤੀਫਾ ਹੋ ਗਿਆ, ਇੱਦਾਂ ਬੀਬਾ ਨੂੰ ਸਰੋਪਾ ਨਹੀਂ ਮਿਲਿਆ, ਇੱਦਾਂ ਕਿਸੇ ਹੋਰ ਨੂੰ ਕੀ ਨਹੀਂ ਮਿਲਿਆ। ਜਦੋਂ ਬਰਗਾੜੀ ਹੋ ਰਿਹਾ ਸੀ, 5 ਸਾਲ ਪੁਰਾਣੀਆਂ ਲਾਸ਼ਾਂ ਦਿਖਾ ਰਹੇ ਸੀ, ਦੇਖੋ ਪੰਜਾਬ ਪੁਲਿਸ ਕੀ ਕਰਦੀ ਪਈ ਹੈ। ਸੋ ਮੈਂ ਸਮਝਦਾ ਵਾਂ ਕਿ ਇੱਕ ਜ਼ਮਾਨਾ ਸੀ ਸਾਡੇ ਤੋਂ ਪਹਿਲਾਂ 30 ਸਾਲ 20 ਸਾਲ 25 ਸਾਲ ਜਦੋਂ ਇਹ ਸੋਸ਼ਲ ਮੀਡੀਆ ਨਹੀਂ ਸੀਗਾ। ਅੱਜ ਸੋਸ਼ਲ ਮੀਡੀਆ ਹੈਗਾ, ਅਸੀਂ ਹਰ ਕੰਮ ਕੀਤਾ ਵੀ ਹੋਏਗਾ ਤੇ ਨਹੀਂ ਵੀ ਕੀਤਾ ਹੋਏਗਾ। ਇਹ ਦੋਵੇਂ ਪੱਖ ਆਉਣਗੇ, ਲੇਕਿਨ ਅਸਲੀਅਤ ਲੋਕਾਂ ਨੂੰ ਲੱਭਣੀ ਪਏਗੀ ਕਿ ਜੋ ਸੋਸ਼ਲ ਮੀਡੀਆ ਤੇ ਆ ਰਿਹਾ ਉਹ ਠੀਕ ਵੀ ਹੈ ਕਿ ਨਹੀਂ। ਠੀਕ, ਬਹੁਤ ਬਹੁਤ ਧੰਨਵਾਦ ਪ੍ਰਧਾਨ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸੋ ਇਹ ਸਨ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ, ਕਿਉਂਕਿ ਪ੍ਰਧਾਨ ਸਾਹਿਬ ਨੇ ਖੁਦ ਮੋਹਰ ਲਾ ਦਿੱਤੀ ਕਿ ਪ੍ਰਧਾਨ ਹੈ ਨਹੀਂ, ਇਸੇ ਕਰਕੇ ਮੈਂ ਪ੍ਰਧਾਨ ਕਹਿ ਰਿਹਾ। ਇਹ ਸਾਡੇ ਨਾਲ ਮੌਜੂਦ ਸੀਗੇ, ਬਹੁਤ ਸਾਰੀਆਂ ਗੱਲਾਂ ਇਹਨਾਂ ਨੇ ਸਾਫ਼ ਕੀਤੀਆਂ। ਇਹ ਮੰਨਣਾ ਪਏਗਾ ਕਿ ਜਿਵੇਂ ਇਹਨਾਂ ਨੇ ਕਿਹਾ ਕਿ ਪਾਰਟੀ ਨਾਲ ਖੜੇ ਰਹਿਣ ਦਾ ਟਾਈਮ ਹੈਗਾ ਹੁਣ, ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਦੇ ਵਿੱਚ ਕੀ ਬਦਲਾਅ ਆਉਂਦੇ ਨੇ ਔਰ ਜਿਹੜੇ ਸੁਝਾਅ ਇਹਨਾਂ ਵੱਲੋਂ ਦਿੱਤੇ ਗਏ ਨੇ ਉਹ ਕਿੰਨੇ ਕੁ ਪ੍ਰਵਾਨ ਹੁੰਦੇ ਨੇ, ਇਹ ਦੇਖਣਾ ਹੋਵੇਗਾ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ। ਸਤਿ ਸ੍ਰੀ ਅਕਾਲ।